ਸਰਕਾਰ ਸੁਧਾਰ ਕਰਨਾ ਚਾਹੁੰਦੀ ਹੈ ਖੇਤੀਬਾੜੀ ਦੇ ਵਿੱਚ ਜੀ ਤਾਂ ਕਿਸਾਨਾਂ ਨੂੰ ਕੀ ਇਤਰਾਜ਼ ਹੈ? ਇਹ ਬੁਨਿਆਦੀ ਤੌਰ ਤੇ ਕਿਸਾਨਾਂ ਦੀ ਬਰਬਾਦੀ ਦੇ ਕਾਨੂੰਨ ਨੇ। ਸੋ ਉਹਨਾਂ ਨੇ ਰਾਤੋਂ ਰਾਤ ਇਸ ਲਈ ਇਹ ਸਾਰੇ ਕਾਨੂੰਨ ਲਾਗੂ ਕੀਤੇ ਤਾਂ ਕਿ ਲੋਕ ਜਾਗ ਨਾ ਪੈਣ। ਅਕਾਲੀ ਦਲ ਬੀਜੇਪੀ ਔਰ ਕਾਂਗਰਸ ਦਾ ਸੰਬੰਧ ਹੈ। ਦੇਖੋ, ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਸਮਝ ਆਉਣ ਦੀ ਬਜਾਏ ਇਹ ਮੋਦੀ ਸਰਕਾਰ ਨੂੰ ਜਾਂ ਬੀਜੇਪੀ ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਇਹ ਅੰਦੋਲਨ ਕਿੱਦਾਂ ਦਾ ਹੈ। ਇਹਨਾਂ ਦਾ ਹੱਲ ਜਿਹੜਾ ਹੈਗਾ, ਜੇ ਕੋਈ ਹੋ ਸਕਦਾ ਹੈ ਤਾਂ ਉਹਦੇ ਵਿੱਚ ਆਮ ਆਦਮੀ ਦਾ ਰੋਲ ਜਿਹੜਾ ਹੈਗਾ ਬਹੁਤ ਵੱਡਾ ਹੋ ਸਕਦਾ ਹੈ। ਜੇ ਸਰਕਾਰ ਪੰਜਾਬ ਦੇ ਵਿੱਚ ਬਣਦੀ ਆਮ ਆਦਮੀ ਪਾਰਟੀ ਦੀ, ਜਿਹੜੀ ਹੈਗੀ ਹੈ ਬੀਜੇਪੀ ਸਰਕਾਰ ਜੇ ਇਹਨੂੰ ਲਟਕਾਉਂਦੀ ਹੈ ਤਾਂ ਲਾਜ਼ਮੀ ਤੌਰ ਤੇ ਬੀਜੇਪੀ ਸਰਕਾਰ ਦਾ ਜਿਹੜਾ ਹੈਗਾ ਨੁਕਸਾਨ ਹੋਏਗਾ। ਢਾਂਚਾ ਬਣਾਉਣਾ ਆ ਖੇਤੀਬਾੜੀ ਸਾਂਝੀ ਖੇਤੀ ਦਾ, ਇਹ ਪਿੰਡਾਂ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਉਣਗੇ, ਕਿਸਾਨ ਕਮੇਟੀਆਂ ਬਣਨਗੀਆਂ। ਜ਼ਮੀਰ ਟੀਵੀ ਦੇਖ ਰਹੇ तमाम ਦਰਸ਼ਕਾਂ ਨੂੰ ਕੁਲਵੰਤ ਸਿੰਘ ਗਗੜਪੁਰੀ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਗੱਲ ਕਰਾਂਗੇ ਕਿਸਾਨੀ ਮੁੱਦਿਆਂ ਦੀ, ਕਿਸਾਨ ਅੰਦੋਲਨ ਦੀ ਤੇ ਕੇਂਦਰ ਸਰਕਾਰ ਦੀ ਜਿੱਤ ਦੀ। ਅੱਜ ਇਹਨਾਂ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਹਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਸਿਆਸੀ ਟਿੱਪਣੀਕਾਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ। ਸ਼ੁਕਰੀਆ। ਡਾਕਟਰ ਸਾਹਿਬ, ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਨੂੰ ਨਾਮ ਦਿੱਤਾ ਜੀ। ਖੇਤੀ ਸੁਧਾਰ ਕਾਨੂੰਨ। ਬਿਲਕੁਲ। ਅਗਰ ਸਰਕਾਰ ਸੁਧਾਰ ਕਰਨਾ ਚਾਹੁੰਦੀ ਹੈ ਖੇਤੀਬਾੜੀ ਦੇ ਵਿੱਚ ਜੀ ਤਾਂ ਕਿਸਾਨਾਂ ਨੂੰ ਕੀ ਇਤਰਾਜ਼ ਹੈ? ਕੁਲਵੰਤ ਸਿੰਘ ਜੀ, ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ। ਜਿੱਥੋਂ ਤੱਕ ਤੁਹਾਡੇ ਸਵਾਲ ਦਾ ਸੰਬੰਧ ਹੈ, ਜਦੋਂ ਕੋਈ ਵੀ ਸਰਕਾਰਾਂ ਇਦਾਂ ਦੇ ਕਾਨੂੰਨ ਬਣਾਉਂਦੀਆਂ ਨੇ ਤਾਂ ਉਹ ਇਸ ਤਰ੍ਹਾਂ ਦੀ ਭਾਸ਼ਾ ਦਾ ਪ੍ਰਯੋਗ ਕਰਦੀਆਂ ਨੇ, ਅਕਸਰ ਕਰਦੀਆਂ ਨੇ। ਉਹ ਇਹਨਾਂ ਤਿੰਨਾਂ ਕਾਨੂੰਨਾਂ ਦੇ ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਕਿ ਭਾਸ਼ਾ ਦੀ ਐਸੀ ਕਰਾਮਾਤ ਕੀਤੀ ਗਈ ਹੈ ਔਰ ਜਿਹਦੇ ਨਾਲ ਕਿਸਾਨਾਂ ਦੇ ਵਿੱਚ ਇੱਕ ਭੰਬਲ ਭੂਸਾ ਇਹ ਪੈਦਾ ਹੁੰਦਾ ਹੈ ਕਿ ਇਹ ਸ਼ਾਇਦ ਕਾਨੂੰਨ ਜਿਹੜੇ ਨੇ ਇਹ ਸਾਡੇ ਲਈ ਬਹੁਤ ਫਾਇਦੇਮੰਦ ਨੇ। ਪਰ ਬੁਨਿਆਦੀ ਤੌਰ ਤੇ ਜਿਵੇਂ ਤੁਸੀਂ ਕਿਹਾ ਸੁਧਾਰਾਂ ਦੀ ਗੱਲ ਕੀਤੀ ਹੈ, ਇਹ ਬੁਨਿਆਦੀ ਤੌਰ ਤੇ ਕਿਸਾਨਾਂ ਦੀ ਬਰਬਾਦੀ ਦੇ ਕਾਨੂੰਨ ਨੇ। ਸੁਧਾਰ ਦੀ ਬਜਾਏ ਕਿਸਾਨੀ ਨੂੰ ਖਤਮ ਕਰਨ ਦੇ ਵਿੱਚ ਔਰ ਕਿਸਾਨਾਂ ਦੀ ਜ਼ਮੀਨ ਖੋਹਣ ਦੇ ਵਿੱਚ ਔਰ ਬੇਸਿਕ ਤੌਰ ਤੇ ਬੁਨਿਆਦੀ ਤੌਰ ਤੇ ਮੈਂ ਕਹਾਂਗੇ ਆਮ ਲੋਕਾਂ ਨੂੰ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਨੁਕਸਾਨਦਾਇਕ ਇਹ ਕਾਨੂੰਨ ਜਿਹੜੇ ਨੇ ਸਾਡੇ ਸਾਹਮਣੇ ਆ ਰਹੇ ਨੇ। ਇਸੇ ਲਈ ਇਕੱਲੇ ਪੰਜਾਬ ਵਿੱਚੋਂ ਨਹੀਂ, ਪੂਰੇ ਹਿੰਦੁਸਤਾਨ ਦੇ ਆਮ ਲੋਕ, ਇਕੱਲੇ ਕਿਸਾਨ ਨਹੀਂ, ਜਿਹਦੇ ਵਿੱਚ ਦੁਕਾਨਦਾਰ ਵੀ ਸ਼ਾਮਲ ਨੇ, ਜਿਹਦੇ ਵਿੱਚ ਵਕੀਲ ਵੀ ਸ਼ਾਮਲ ਨੇ, ਜਿਹਦੇ ਵਿੱਚ ਆੜ੍ਹਤੀਏ ਵੀ ਸ਼ਾਮਲ ਨੇ, ਜਿਹਦੇ ਵਿੱਚ ਅਧਿਆਪਕ ਵੀ ਸ਼ਾਮਲ ਨੇ। ਮੈਨੂੰ ਲੱਗਦਾ ਕਿ ਕੋਈ ਵੀ ਵਰਗ ਐਸਾ ਨਹੀਂ ਹੈ ਹਿੰਦੁਸਤਾਨ ਦਾ ਜਿਹੜਾ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨਾ ਹੋਇਆ ਹੋਵੇ। ਸੋ ਉਹਦਾ ਕਾਰਨ ਇਹੀ ਹੈ ਕਿਉਂਕਿ ਅੰਨਦਾਤਾ ਜਿਹੜਾ ਹੈਗਾ, ਕਿਉਂਕਿ ਅਸੀਂ ਰੋਟੀ ਖਾਂਦੇ ਹਾਂ ਹਰ ਰੋਜ਼, ਪੇਟ ਪਾਲਦਾ ਸਾਡਾ, ਔਰ ਉਹਦੇ ਨਾਲ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ। ਸੋ ਇਸ ਕਰਕੇ ਬੇਸ਼ੱਕ ਜਿਹੜੀ ਸਰਕਾਰ ਹੈ ਉਹ ਇੱਦਾਂ ਦੇ ਜਿਹੜੀ ਹੈਗੀ ਲਤੀਫੇਬਾਜ਼ੀ ਜਾਂ ਜੁਮਲੇਬਾਜ਼ੀ ਜਾਂ ਹੋਰ ਉਹਨਾਂ ਦੇ ਲਬ ਲਬੇਟ ਜਿਹੜਾ ਹੈਗਾ ਭਾਸ਼ਾ ਦਾ ਉਹ ਕਰ ਰਹੀ ਹੈ, ਭਾਸ਼ਾ ਨੂੰ ਦੀ ਦੁਰਵਰਤੋਂ ਹੋ ਰਹੀ ਹੈ ਇਹਨਾਂ ਕਾਨੂੰਨਾਂ ਦੇ ਵਿੱਚ। ਹਿੱਤ ਚ ਦੱਸ, ਪਰ ਬੁਨਿਆਦੀ ਤੌਰ ਤੇ ਜਿਹੜੇ ਹਿੱਤ ਨੇ ਉਹ ਕਾਰਪੋਰੇਟ ਦੇ ਨੇ, ਉਹ ਅਡਾਨੀ ਅਬਾਨੀ ਦੇ ਨੇ, ਔਰ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਮੋਦੀ ਸਰਕਾਰ ਦੀ ਤੁਸੀਂ ਗੱਲ ਕੀਤੀ ਹੈ, ਜਿਨ੍ਹਾਂ ਨੇ ਅਰਬਾਂ ਰੁਪਈਆ ਉਸ ਸਰਕਾਰ ਨੂੰ ਬਣਾਉਣ ਦੇ ਉੱਤੇ ਲਾਇਆ ਹੈ, ਉਹਨਾਂ ਨੂੰ ਫਾਇਦੇ ਦੇਣ ਦੇ ਲਈ ਇਹ ਕਾਨੂੰਨ ਮਤਲਬ ਕਰੋਨਾ ਦੌਰ ਦੇ ਵਿੱਚ ਜਾਣ ਬੁੱਝ ਕੇ ਬਣਾਏ। ਡਾਕਟਰ ਸਾਹਿਬ, ਜਿਵੇਂ ਹੁਣ ਤੁਸੀਂ ਗੱਲ ਕੀਤੀ ਕਰੋਨਾ ਦੌਰ ਦੀ, ਜੀ, ਦੇਸ਼ ਲਾਕਡਾਊਨ ਦੇ ਵਿੱਚੋਂ ਗੁਜ਼ਰਿਆ, ਆਰਥਿਕ ਮੰਦਹਾਲੀ ਦੇ ਵਿੱਚੋਂ ਗੁਜ਼ਰਿਆ, ਬਿਲਕੁਲ, ਤੇ ਸਰਕਾਰ ਨੂੰ ਇੰਨੀ ਕਾਹਲੀ ਕੀ ਪੈ ਗਈ ਸੀ ਇਹ ਕਾਨੂੰਨ ਲਿਆਉਣ ਦੀ? ਕਾਹਲੀ ਇਹੀ ਮੈਂ ਦੱਸਣਾ ਚਾਹੁੰਦਾ ਸੀਗਾ ਕਿ ਸਰਕਾਰ ਇਹ ਚਾਹੁੰਦੀ ਸੀ ਕਿ ਜੇ ਇਹ ਕਾਨੂੰਨਾਂ ਬਾਰੇ, ਜੇ ਇਹਨਾਂ ਕਾਨੂੰਨਾਂ ਬਾਰੇ ਆਮ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਹੋ ਗਈ, ਚੇਤਨਤਾ ਪੈਦਾ ਹੋ ਗਈ, ਕਿਉਂਕਿ ਲਾਕਡਾਊਨ ਦੇ ਵਿੱਚ ਲੋਕ ਆਪਣੇ ਘਰਾਂ 'ਚ ਬੰਦ ਸੀਗੇ, ਕਿਸਾਨ ਸਾਰੇ ਵਿਚਾਰੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦੇ ਉੱਤੇ ਜਿਹੜੇ ਸੀਗੇ ਕਰੋਨਾ ਕਾਰਨ ਸਦਮੇ 'ਚ ਆਏ ਹੋਏ ਸੀਗੇ। ਸੋ ਉਹਨਾਂ ਨੇ ਰਾਤੋਂ ਰਾਤ ਇਸ ਲਈ ਇਹ ਸਾਰੇ ਕਾਨੂੰਨ ਲਾਗੂ ਕੀਤੇ ਤਾਂ ਕਿ ਲੋਕ ਜਾਗ ਨਾ ਪੈਣ, ਲੋਕਾਂ ਦੇ ਵਿੱਚ ਇਹ ਗੱਲ ਨਾ ਚਲੀ ਜਾਏ ਕਿ ਇਹ ਕਾਨੂੰਨ ਜਿਹੜੇ ਨੇ ਇੰਨੇ ਮਾੜੇ ਨੇ। ਸੋ ਇਸ ਕਰਕੇ ਜਾਣਬੁੱਝ ਕੇ ਕਰੋਨਾ ਦੇ ਦੌਰਾਨ ਇਹ ਰਾਤੋਂ ਰਾਤ ਲਾਗੂ ਕੀਤੇ ਗਏ। ਔਰ ਵੱਡੀ ਗੱਲ ਇਹ ਹੋਈ ਸਰ ਕਿ ਉਹਨਾਂ ਨੇ ਨਾ ਤਾਂ ਲੋਕ ਸਭਾ ਦੇ ਵਿੱਚ ਬਹਿਸ ਕਰਵਾਈ ਇਹਨਾਂ ਕਾਨੂੰਨਾਂ ਬਾਰੇ, ਨਾ ਰਾਜ ਸਭਾ ਦੇ ਵਿੱਚ ਬਹਿਸ ਕਰਵਾਈ ਗਈ। ਅਸੀਂ ਟੀਵੀ ਦੇ ਉੱਤੇ ਦੇਖਿਆ ਕਿ ਉਹਨਾਂ ਨੇ ਇਸੇ ਤਰ੍ਹਾਂ
ਕਿਵੇਂ ਮਤਲਬ ਧੱਕੇਸ਼ਾਹੀ ਦੇ ਨਾਲ, ਤਾਨਾਸ਼ਾਹੀ ਰਵੱਈਏ ਦੇ ਨਾਲ ਇਹ ਕਾਨੂੰਨ ਜਿਹੜੇ ਨੇ ਪਾਰਲੀਮੈਂਟ ਦੇ ਵਿੱਚੋਂ ਪਾਸ ਕੀਤੇ, ਔਰ ਉਹਦਾ ਵਿਰੋਧ ਵੀ ਬਹੁਤ ਸਾਰੇ MLA ਜਾਂ ਉਸ ਤੋਂ ਬਾਅਦ MPs ਨੇ। ਗੱਲ ਵਿਰੋਧ ਦੀ ਕੀਤੀ ਤੁਸੀਂ ਜੀ। ਭਾਰਤੀ ਜਨਤਾ ਪਾਰਟੀ ਵੱਲੋਂ ਵਾਰ-ਵਾਰ ਇੱਕ ਗੱਲ ਕਹੀ ਜਾ ਰਹੀ ਹੈ ਕਿ 2 ਸਾਲ ਤੱਕ ਨੀਤੀ ਆਯੋਗ ਦੀਆਂ ਮੀਟਿੰਗਾਂ ਹੁੰਦੀਆਂ ਰਹੀਆਂ। ਜਦੋਂ ਖੇਤੀ ਆਰਡੀਨੈਂਸ ਤਿਆਰ ਹੋਏ ਜੀ, ਉਦੋਂ ਕੋਈ ਵੀ ਸਿਆਸੀ ਪਾਰਟੀ ਦਾ ਨੇਤਾ ਨਹੀਂ ਬੋਲਿਆ, ਸਗੋਂ ਸਹਿਮਤੀ ਪ੍ਰਗਟਾਉਂਦੇ ਰਹੇ। ਹੁਣ ਤੁਸੀਂ ਵੀ, ਆਮ ਆਦਮੀ ਪਾਰਟੀ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਵਿਰੋਧ ਕਰ ਰਹੀ ਹੈ ਜੀ। ਹਾਲਾਂਕਿ ਕਿਸਾਨ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣੀ ਸਟੇਜ ਤੇ ਨਹੀਂ ਚੜਨ ਦੇ ਰਹੇ। ਜੀ। ਅਕਾਲੀ ਦਲ ਉਦੋਂ ਨਾਲ ਸੀ, ਬਿਲਕੁਲ, ਲੇਕਿਨ ਹੁਣ ਉਹ ਵੀ ਸ਼ੋਰ ਮਚਾ ਰਿਹਾ, ਜੀ। ਤੁਸੀਂ ਵੀ ਮਚਾ ਰਹੇ ਹੋ। ਕਾਂਗਰਸ ਵੀ ਇਹਦੇ ਤੇ ਰੌਲਾ ਪਾ ਰਹੀ ਹੈ, ਕਿਤੇ ਤੁਸੀਂ ਸਿਆਸੀ ਲਾਹਾ ਲੈਣ ਵਾਸਤੇ ਤਾਂ ਨਹੀਂ ਕਰ ਰਹੇ? ਦੇਖੋ, ਜਿੱਥੋਂ ਤੱਕ ਅਕਾਲੀ ਦਲ, BJP ਔਰ ਕਾਂਗਰਸ ਦਾ ਸੰਬੰਧ ਹੈ, ਮੈਂ ਇੱਥੇ ਜ਼ਰੂਰ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਣਾ ਕਿ 1990 ਤੋਂ ਬਾਅਦ ਜਿਹੜੀਆਂ ਨੀਤੀਆਂ ਕਿਸਾਨ ਵਿਰੋਧੀ ਜਾਂ ਕਿਸਾਨ ਮਾਰੂ ਜਾਂ ਲੋਕ ਮਾਰੂ ਲਾਗੂ ਕੀਤੀ ਗਈਆਂ, ਜਿਨ੍ਹਾਂ ਨੂੰ ਅਸੀਂ ਵਿਸ਼ਵੀਕਰਨ ਦੀਆਂ ਨੀਤੀਆਂ ਕਹਿੰਦੇ ਹਾਂ, 1990-91 ਤੋਂ ਬਾਅਦ, ਜਿਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਉਦੋਂ ਵਿੱਤ ਮੰਤਰੀ ਸੀਗੇ। ਸੋ ਕਾਂਗਰਸ ਦੀਆਂ ਸਰਕਾਰਾਂ ਆਈਆਂ, ਉਸ ਤੋਂ ਬਾਅਦ BJP ਦੀਆਂ ਸਰਕਾਰਾਂ ਰਹੀਆਂ ਸੈਂਟਰ ਦੇ ਵਿੱਚ। ਇਹਨਾਂ ਨੇ ਮਿਲ ਕੇ ਇਹ ਨੀਤੀਆਂ ਲਿਆਂਦੀਆਂ, ਇਹਨਾਂ ਦੀ ਮਿਲੀ ਭੁਗਤ ਰਹੀ ਹੈ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਪਿਛਲੇ 2 ਸਾਲਾਂ ਤੋਂ ਨੀਤੀ ਆਯੋਗ ਵੱਲੋਂ ਇਹ ਬਣਾਇਆ ਗਿਆ ਸੀਗਾ, ਨੀਤੀ ਆਯੋਗ ਦੇ ਦੌਰਾਨ, ਉਸ ਕਾਨੂੰਨ ਬਣਾਉਣ ਦੇ ਦੌਰਾਨ ਜਿਹੜੀ ਪ੍ਰਕਿਰਿਆ ਹੁੰਦੀ ਹੈ, ਉਹਦੇ ਵਿੱਚ ਜਿਹੜੇ ਸੀਗੇ 6 ਸਟੇਟਾਂ ਦੇ ਮੁੱਖ ਮੰਤਰੀ ਸ਼ਾਮਲ ਸੀਗੇ, ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਬੁਲਾਇਆ ਗਿਆ, ਸੱਦਾ ਦਿੱਤਾ ਗਿਆ, ਪਰ ਇਹਨਾਂ ਨੇ ਸਾਡੇ ਜਿਹੜੇ ਵਿੱਤ ਮੰਤਰੀ ਸਾਹਿਬ ਨੇ, ਬਾਦਲ ਸਾਹਿਬ, ਉਹਨਾਂ ਨੂੰ ਭੇਜਿਆ, ਔਰ ਉਹਨਾਂ ਦੇ ਬਕਾਇਦਾ ਸਾਈਨ ਹੋਏ ਨੇ। ਤੁਸੀਂ ਜਦੋਂ ਉਹਦੇ ਹਿਸਟਰੀ ਪੜ੍ਹੋਗੇ ਇਹਨਾਂ ਕਾਨੂੰਨਾਂ ਨੂੰ ਬਣਾਉਣ ਦੀ, ਉਹਦੇ ਵਿੱਚ ਸਾਡੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੋਰਾਂ ਦੇ ਬਕਾਇਦਾ ਉਹਨਾਂ ਨੇ ਸਾਈਨ ਕਰਕੇ ਦਿੱਤੇ ਹੋਏ ਹੈ। ਔਰ ਉਹਦੇ ਵਿੱਚ ਜਦੋਂ ਇਹ ਫਾਈਨਲ ਹੋਣਾ ਸੀਗਾ, ਉਸ ਵੇਲੇ ਜਿਹੜੇ ਮਿਨਿਸਟਰ ਹੁੰਦੇ ਨੇ ਕੇਂਦਰ ਦੇ ਵਿੱਚ, ਉਹਦੇ ਵਿੱਚ ਹਰਸਿਮਰਨ ਤੋਂ ਬਾਦਲ ਜਿਹੜੇ ਨੇ ਮੈਡਮ, ਉਹਨਾਂ ਨੇ ਬਕਾਇਦਾ ਐਜ਼ ਏ ਮਿਨਿਸਟਰ ਜਿਹੜੇ ਨੇ ਸਾਰਾ ਉਹਨਾਂ ਦੇ ਸਾਈਨ ਹੋਏ ਨੇ। ਸੋ ਇਹਨਾਂ ਦੀ ਮਿਲੀ ਭੁਗਤ ਦੇ ਰਾਹੀਂ ਇਹ ਕਾਨੂੰਨ ਬਣਾਏ ਗਏ। ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਕਿਤੇ ਵੀ ਉਹਦਾ ਆਮ ਆਦਮੀ ਪਾਰਟੀ ਜਦੋਂ ਸਿਰਫ ਪਾਰਟੀ ਮੀਟਿੰਗ ਹੋਈ, ਆਮ ਆਦਮੀ ਪਾਰਟੀ ਵਿੱਚ ਨਹੀਂ ਗਈ? ਨਹੀਂ, ਜਿੱਥੇ ਵੀ ਮੀਟਿੰਗ ਹੋਈ ਹੈ, ਚਾਹੇ ਉਹ ਪਹਿਲਾਂ ਹੋਈ ਹੋਵੇ, ਚਾਹੇ ਕਾਨੂੰਨਾਂ ਤੋਂ ਬਾਅਦ ਚ ਹੋਈ ਹੋਵੇ, ਚਾਹੇ ਕਾਨੂੰਨਾਂ ਦੇ ਦੌਰਾਨ, ਇਹ ਰਿਕਾਰਡ ਹੈ ਸਾਡਾ, ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ ਕਿ ਵਿਰੋਧ ਬਕਾਇਦਾ ਕੀਤਾ ਗਿਆ। ਸੰਜੇ ਸਿੰਘ ਜਦੋਂ ਪਾਸ ਹੋ ਰਹੇ ਸੀ ਰਾਜ ਸਭਾ ਦੇ ਵਿੱਚ, ਤਾਂ ਸੰਜੇ ਸਿੰਘ ਜੀ ਨੇ ਬਕਾਇਦਾ ਤੌਰ ਤੇ ਅਨਸ਼ਨ ਕੀਤਾ ਸੀਗਾ। ਕਈ ਰਾਤਾਂ ਉਹ ਬਾਹਰ ਬੈਠੇ ਰਹੇ ਨੇ ਪਾਰਲੀਮੈਂਟ ਦੇ, ਤੁਹਾਨੂੰ ਯਾਦ ਹੋਏਗਾ। ਔਰ ਇਸੇ ਤਰ੍ਹਾਂ ਭਗਵੰਤ ਮਾਨ ਹੋਰੀ ਸਾਡੇ ਇੱਕੋ ਹੀ MP ਨੇ, ਉਹਨਾਂ ਨੇ ਬਕਾਇਦਾ ਤੌਰ ਤੇ ਵਿਰੋਧ ਕੀਤਾ ਇਸ ਬਿੱਲ ਦਾ ਸ਼ੁਰੂ ਤੋਂ ਲੈ ਕੇ। ਪਰ ਇੱਕੋ ਇੱਕ ਪਾਰਟੀ ਸੀ ਜਿਹੜੀ ਕਹਿੰਦੀ ਸੀਗੇ ਕਿ ਅੱਜ ਕਹਿ ਰਹੀ ਹੈ ਕਿ ਜਿਵੇਂ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਕਿ ਉਹ ਕਹਿ ਰਹੇ ਨੇ ਕਿ ਅਸੀਂ ਅੱਜ ਕਾਨੂੰਨਾਂ ਦੇ ਵਿਰੋਧ 'ਚ ਹਾਂ, ਪਰ ਕਿਸੇ ਵੇਲੇ ਇਹੀ ਅਕਾਲੀ ਦਲ ਉੱਥੇ ਬਕਾਇਦਾ ਤੌਰ ਤੇ ਪਾਸ ਕਰਾਉਣ ਦੇ ਵਿੱਚ ਇਹਨਾਂ ਕਾਨੂੰਨਾਂ ਨੂੰ। ਔਰ ਤੁਸੀਂ ਇਹ ਦੇਖੋ ਕਿ ਵੱਡੇ ਬਾਦਲ ਸਾਹਿਬ ਜਿਹੜੇ ਕਹਿੰਦੇ ਸੀ ਮੈਂ ਕਿਸਾਨਾਂ ਦਾ ਮਸੀਹਾ ਹਾਂ, ਉਹਨਾਂ ਤੋਂ ਬਕਾਇਦਾ ਇੱਕ ਵੀਡੀਓ ਬਣਾ ਕੇ ਪਾਈ ਗਈ ਔਰ ਵਾਇਰਲ ਵੀ ਹੋਈ ਉਹ ਵੀਡੀਓ, ਕਿ ਉਹਦੇ ਵਿੱਚ ਦੱਸਿਆ ਗਿਆ ਕਿ ਇਹ ਕਾਨੂੰਨ ਜਿਹੜੇ ਨੇ ਤੁਹਾਡੇ ਬਹੁਤ ਪੱਖ 'ਚ ਨੇ, ਇਹਨਾਂ ਦਾ ਤੁਹਾਨੂੰ ਫਾਇਦਾ ਹੋਣ ਵਾਲਾ ਹੈ, ਇਸ ਕਰਕੇ ਤੁਸੀਂ ਸੰਘਰਸ਼ ਨਾ ਕਰੋ। ਇਹ ਬਕਾਇਦਾ ਵੱਡੇ ਬਾਦਲ ਸਾਹਿਬ ਤੋਂ ਇਹ ਗੱਲਾਂ ਕਹਾਈਆਂ ਗਈਆਂ। ਕੇਂਦਰ ਸਰਕਾਰ ਦੇ ਲੀਡਰ ਅੱਜ ਵੀ ਕਹਿ ਰਹੇ ਆ ਕਿ ਇਹ ਕਿਸਾਨਾਂ ਦੇ ਹਿੱਤ 'ਚ ਹੈ। ਇਹ ਭਰਮ ਜਿਹੜਾ ਫੈਲਾਇਆ ਜਾ ਰਿਹਾ ਸਿਆਸੀ ਪਾਰਟੀਆਂ ਵੱਲੋਂ, ਔਰ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ। ਦੇਖੋ, ਮੈਨੂੰ ਲੱਗਦਾ ਕਿ ਕਿਸਾਨਾਂ ਨੂੰ ਸਮਝ ਆਉਣ ਦੀ ਬਜਾਏ ਇਹ ਮੋਦੀ ਸਰਕਾਰ ਨੂੰ ਜਾਂ BJP ਸਰਕਾਰ ਨੂੰ ਸਮਝ ਨਹੀਂ ਆ ਰਹੀ ਕਿ ਇਹ ਅੰਦੋਲਨ ਕਿੱਦਾਂ ਦਾ ਹੈ। ਇਸ ਅੰਦੋਲਨ ਦੀ ਜਿਹੜੀ ਗਰਮਾ ਹੈ ਉਹਨੂੰ ਸਮਝਣ ਦੀ ਲੋੜ ਹੈ। ਇਹਦੇ ਵਿੱਚ ਜਿਵੇਂ ਪਹਿਲਾਂ ਕਿਹਾ, ਇਹਦੇ ਵਿੱਚ ਇਕੱਲੇ ਕਿਸਾਨ ਨਹੀਂ ਆ ਰਹੇ। ਇਹ ਜਿਹੜੀ ਨੋਟ ਕਰਨ ਵਾਲੀ ਗੱਲ ਹੈ, ਇਹ 'ਚ ਕਿਸਾਨਾਂ ਨੂੰ ਤਾਂ ਸਮਝ ਆ ਹੀ ਰਹੀ ਹੈ, ਇਹਦੇ ਨਾਲ ਆਮ ਲੋਕਾਂ ਨੂੰ ਵੀ ਅੱਜ ਸਮਝ ਰਹੇ ਨੇ। ਅੱਜ ਪੰਜਾਬ ਦਾ ਬੱਚਾ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਜਿਹੜਾ ਹੈਗਾ ਦਿੱਲੀ ਬਾਰਡਰ ਦੇ ਉੱਤੇ ਬੈਠੇ ਨੇ ਔਰ ਲਗਾਤਾਰ ਹੋਰ ਜਾ ਰਹੇ ਨੇ। ਅੱਜ ਵੀ ਜਿਹੜਾ ਹੈਗਾ ਉਹਨਾਂ ਦਾ ਟਰੈਕਟਰ ਮਾਰਚ ਸੀਗਾ। ਸੋ ਇਹ ਜਿਹੜਾ ਸੰਘਰਸ਼ ਹੈ ਇਹ ਦਿਨੋਂ ਦਿਨ ਵੱਡਾ ਹੋ ਰਿਹਾ, ਔਰ ਇਹ ਕਿਸਾਨ ਜਿਹੜੀ ਹੈਗੀ ਆ ਕਿਸਾਨਾਂ ਦਾ ਜਿਹੜੀ ਚੇਤਨਾ ਹੈ, ਇਹ ਸ਼ਾਇਦ BJP ਨੂੰ ਭਰਮ ਹੈ ਕਿ ਅਸੀਂ ਇਹਨਾਂ ਨੂੰ ਇਦਾਂ ਹੀ ਜਿਹੜਾ ਹੈ ਲਟਕਾ ਕੇ, ਇਦਾਂ ਹੀ ਉਹਨਾਂ ਦੇ ਮੀਟਿੰਗਾਂ ਕਰਕੇ ਅਸੀਂ ਦਬਾ ਲਾਂਗੇ। ਇਹ ਨਹੀਂ ਹੋਣ ਦੇਵੇਗਾ, ਇਹ ਅੱਗੇ ਜਾਏਗਾ। ਡਾਕਟਰ ਸਾਹਿਬ, ਤੁਹਾਡੀ ਜਿਹੜੀ ਪਾਰਟੀ ਹੈ ਅੰਨਾ ਹਜ਼ਾਰੇ ਦੇ ਅੰਦੋਲਨ ਚੋਂ ਨਿਕਲੀ ਜੀ, ਹੁਣ ਕਿਸਾਨਾਂ ਨੂੰ ਅੰਦੋਲਨ ਆਪ ਕਰਨਾ ਪਿਆ। ਤੁਸੀਂ ਉਦੋਂ ਤੁਹਾਨੂੰ ਪਤਾ ਸੀ, ਤੁਸੀਂ ਵਿਰੋਧ ਕੀਤਾ, ਤੁਸੀਂ ਕਿਉਂ ਨਹੀਂ ਰੌਲਾ ਪਾਇਆ? ਦੇਖੋ, ਅਸੀਂ ਲਗਾਤਾਰ ਰੌਲਾ ਪਾਉਂਦੇ ਰਹੇ ਹਾਂ। ਇੱਕ ਗੱਲ ਮੈਂ ਹੋਰ ਇੱਥੇ ਦਰਸ਼ਕਾਂ ਨੂੰ ਦੱਸਣੀ ਚਾਹਣਾ ਕਿ ਅੱਜ ਸਵਾਮੀਨਾਥਨ ਰਿਪੋਰਟ ਜਿਹੜੀ ਹੈਗੀ ਲਾਗੂ ਕਰਨ ਦੀ ਗੱਲ ਹੋ ਰਹੀ ਹੈ। ਕਿਸਾਨ ਵੀ ਇਹ ਗੱਲ ਕਹਿ ਰਹੇ ਨੇ।
ਇੱਥੇ ਜਦੋਂ ਤੋਂ ਲੈ ਕੇ ਦਿੱਲੀ ਦੇ ਵਿੱਚ ਕੇਜਰੀਵਾਲ ਜੀ ਦੀ ਸਰਕਾਰ ਆਈ ਹੈ, ਕਿਸਾਨਾਂ ਨੂੰ ਬਕਾਇਦਾ ਤੌਰ ਤੇ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਦੇ ਅਨੁਸਾਰ ਜੋ ਕੀਮਤ MSP ਜੋ ਨਿਸ਼ਚਿਤ ਕੀਤੀ ਗਈ ਹੈ ਉਹ ਆਲਰੇਡੀ ਉੱਥੇ ਮਿਲ ਰਹੀ ਹੈ। ਇੱਥੋਂ ਦੀ ਬਜਾਏ, ਪੰਜਾਬ ਦੀ ਬਜਾਏ ਉੱਥੇ ਕਈ ਗੁਣਾ ਜ਼ਿਆਦਾ ਹੈ ਉਹ ਦਿੱਲੀ ਦੇ ਵਿੱਚ ਕਿਸਾਨਾਂ ਨੂੰ ਮਿਲ ਰਿਹਾ ਹੈ। ਇਸ ਕਰਕੇ ਜਿਹੜੀ ਹੈਗੀ ਹੈ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਨਾਲ ਰਹੀ ਹੈ ਔਰ ਅਸੀਂ ਇਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਹੀ ਕਿਹਾ ਸੀਗਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਪਿੱਛੇ ਰਹਿ ਕੇ, ਇਹ ਨਹੀਂ ਕਿ ਉਹਨਾਂ ਦੇ ਸਟੇਜਾਂ ਤੇ ਜਾਵਾਂਗੇ ਅਸੀਂ ਜਿਵੇਂ ਬਾਕੀ ਪਾਰਟੀਆਂ ਕਰ ਰਹੀਆਂ ਨੇ। ਅਸੀਂ ਕਦੇ ਵੀ ਆਮ ਆਦਮੀ ਪਾਰਟੀ ਨੇ ਅੱਗੇ ਆ ਕੇ ਕਦੇ ਇਸ ਸੰਘਰਸ਼ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਪਿੱਛੇ ਰਹਿ ਕੇ ਆਪਣੀ ਗੱਲ ਕਹੀ ਹੈ, ਪਿੱਛੇ ਰਹਿ ਕੇ ਕਿਸਾਨਾਂ ਦੇ ਝੰਡੇ ਦੇ ਥੱਲੇ ਅਸੀਂ ਕੰਮ ਕੀਤਾ ਹੈ। ਹੁਣ ਵੀ ਅਸੀਂ ਤਾਂ ਕੇਜਰੀਵਾਲ ਜੀ ਨੇ ਇਹ ਕਿਹਾ ਕਿ ਮੈਂ ਤਾਂ ਕਿਸਾਨਾਂ ਦਾ ਸੇਵਾਦਾਰ ਹਾਂ। ਉਹ ਦਿੱਲੀ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕਿ ਕੇਜਰੀਵਾਲ ਡਰਾਮੇ ਕਰ ਰਿਹਾ, ਅਸਲ ਵਿੱਚ ਕਿਸਾਨਾਂ ਦੇ ਹਿੱਤ ਦੇ ਵਿੱਚ ਕੇਜਰੀਵਾਲ ਨੇ ਕੁਝ ਵੀ ਨਹੀਂ ਕੀਤਾ। ਦੇਖੋ, ਮੈਂ ਇਹੀ ਗੱਲ ਕਹਿਣਾਗਾ ਬਾਰ-ਬਾਰ ਕਿ ਅਸਲੀ ਕੀ ਹੁੰਦਾ ਹੈ ਜਦੋਂ ਅਸੀਂ ਕਿਸਾਨਾਂ ਦੇ ਹਿੱਤ ਦੀ ਗੱਲ ਕਰਦੇ ਹਾਂ। ਕਿਸਾਨਾਂ ਦੇ ਹਿੱਤ ਤਾਂ ਇਸ ਵਿੱਚ ਨੇ ਕਿ ਸਾਡੀ ਜਿਹੜੀ ਫਸਲ ਹੈ ਉਹ ਪ੍ਰੋਪਰ ਚੱਕੀ ਜਾਏ, ਉਹਦਾ ਜਿਹੜਾ ਮੁੱਲ ਹੈ ਉਹ ਸਵਾਮੀਨਾਥਨ ਕਮਿਸ਼ਨ ਵੱਲੋਂ ਜਾਂ ਸਵਾਮੀਨਾਥਨ ਜਿਹੜੀ ਰਿਪੋਰਟ ਹੈ ਉਹਦੇ ਵਿੱਚ ਜੋ ਸਾਨੂੰ MSP ਕਹੀ ਗਈ ਹੈ ਉਹਦੇ ਅਨੁਸਾਰ ਪੈਸਾ ਦੇਣਾ। ਇਹ ਹੁੰਦਾ ਕਿਸਾਨਾਂ ਦੀ ਸੇਵਾ। ਤਾਂ ਇਹ ਨਹੀਂ ਹੁੰਦਾ ਕਿ ਸਿਰਫ ਤੁਸੀਂ ਕਹੋਗੇ ਗੱਲਾਂ ਕੁਝ ਹੋਰ ਕਰੋ ਤੇ ਕਰੋ ਕੁਝ ਹੋਰ। ਤੁਸੀਂ ਦੇਖੋਗੇ ਕਿ ਮੈਂ ਜਿਵੇਂ ਪਹਿਲਾਂ ਕਿਹਾ ਕਿ ਪੰਜਾਬ ਦਾ ਤੁਸੀਂ ਮੈਨੀਫੈਸਟੋ ਕੱਢ ਕੇ ਦੇਖ ਲਓ ਕਾਂਗਰਸ ਦਾ, ਉਹਦੇ ਵਿੱਚ ਬਕਾਇਦਾ ਤੌਰ ਤੇ ਇਹ ਕਿਹਾ ਗਿਆ ਕਿ ਇਹ ਜਿਹੜੀ ਸਰਕਾਰੀ ਮੰਡੀਆਂ ਨੇ ਉਹਨਾਂ ਨੂੰ ਪ੍ਰਾਈਵੇਟ ਮੰਡੀਆਂ 'ਚ ਤਬਦੀਲ ਕੀਤਾ ਜਾਏਗਾ। ਇਹ ਬਕਾਇਦਾ ਤੌਰ ਤੇ ਲਿਖੀਆਂ ਗਈਆਂ ਗੱਲਾਂ ਨੇ ਔਰ ਉਹਨਾਂ ਨੇ ਲਾਗੂ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਕਾਂਗਰਸ ਵਾਲਿਆਂ ਨੇ। ਸੋ ਇਸ ਕਰਕੇ ਇਹ ਗੱਲਾਂ ਕਹਿ ਰਹੀਆਂ ਕਿ ਅੱਜ ਜਿਹੜੇ ਹੈ ਕਿਉਂਕਿ ਕਿਸਾਨ ਅੱਜ ਸੰਘਰਸ਼ ਕਰ ਰਹੇ ਨੇ, ਅਸੀਂ ਕਿਸਾਨਾਂ ਦੇ ਨਾਲ ਆ। ਮੈਂ ਬਾਰ-ਬਾਰ ਇੱਥੇ ਗੱਲ ਕਰਨੀ ਚਾਹੁੰਦਾ ਕਿ ਅੱਜ ਜੇ ਆਪਾਂ ਕਿਸਾਨ ਖੁਦਕੁਸ਼ੀਆਂ ਦੀ ਗੱਲ ਕਰੀਏ ਤਾਂ 75 ਸਾਲਾਂ ਦਾ ਵਿੱਚ ਰਾਜ ਕਿਹਦਾ ਰਿਹਾ ਪੰਜਾਬ ਦੇ ਵਿੱਚ? ਕਾਂਗਰਸੀਆਂ ਦਾ ਰਿਹਾ ਜਾਂ ਅਕਾਲੀਆਂ ਦਾ ਰਿਹਾ? ਤਾਂ ਇਹਨਾਂ ਨੂੰ ਅੱਜ ਇੱਥੇ ਲਿਆਉਣ ਦੇ ਵਿੱਚ ਅੱਜ ਜੋ ਸਥਿਤੀ ਆ ਕਿਸਾਨ ਦੀ, ਅੱਜ ਹਰ ਰੋਜ਼ 3 ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀਆਂ ਐਵਰੇਜ ਕਰ ਰਹੇ ਨੇ। ਤਾਂ ਖੁਦਕੁਸ਼ੀਆਂ ਵੱਲ ਪਾਉਣ ਦਾ ਜਿਹੜਾ ਸਿੱਟਾ ਸੀਗਾ ਇਹ ਕਿਹਨੇ ਲਿਆਂਦਾ? ਇਹਨੂੰ ਕਿਸਾਨਾਂ ਨੂੰ ਖੁਦਕੁਸ਼ੀ ਵੱਲ ਕਿਹਨੇ ਰਾਹ ਤੇ ਪਾਇਆ? ਇਹਨਾਂ ਸਰਕਾਰਾਂ ਨੇ ਪਾਇਆ, ਇਹਨਾਂ ਦੀ ਨੀਤੀਆਂ ਕਰਕੇ ਪਿਆ। ਅੱਜ ਵੀ ਤੁਸੀਂ ਦੇਖੋ ਵੀ ਹਰ ਰੋਜ਼ ਗੰਨੇ ਦਾ ਜਿਹੜਾ ਰੇਟ ਹੈ ਉਹ ਕਿਸਾਨਾਂ ਨੂੰ ਨਹੀਂ ਮਿਲਿਆ। ਕਿਸਾਨ ਨੇ ਜਿਹੜਾ ਹੈਗਾ ਜਿਹੜੀਆਂ ਸੀਗੀਆਂ ਸਬਜ਼ੀਆਂ ਬੀਜੀਆਂ ਉਹ ਸੜਕਾਂ ਤੇ ਰੁਲੀਆਂ, ਟਮਾਟਰ ਬੀਜੇ ਉਹ ਸੜਕਾਂ ਤੇ ਰੁਲ ਗਏ। ਸੋ ਇਹ ਕਿਹੜੀਆਂ ਸਰਕਾਰਾਂ ਦੇ ਅੰਡਰ ਹੁੰਦਾ ਰਿਹਾ? ਇਹ ਅਕਾਲੀ ਦਲ ਔਰ ਕਾਂਗਰਸ ਦੇ ਸਰਕਾਰਾਂ ਦੇ ਅੰਡਰ ਹੁੰਦੇ ਰਿਹਾ। ਕਿਸਾਨ ਰੁਲਦਾ ਰਿਹਾ, ਕਿਸਾਨ ਦਾ ਝੋਨਾ ਨਹੀਂ ਕਦੇ ਚੱਕਿਆ ਜਾ ਰਿਹਾ, ਕਦੇ ਕਣਕਾਂ ਨਹੀਂ ਚੱਕੀਆਂ ਜਾ ਰਹੀਆਂ, ਮੰਡੀਆਂ ਦੇ ਵਿੱਚ ਰੁਲਿਆ ਕਿਸਾਨ ਹੁਣ ਤੱਕ। ਸੋ ਉਹਦੇ ਕਰਕੇ ਉਹ ਖੁਦਕੁਸ਼ੀਆਂ ਕਰ ਰਹੇ ਆ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀਆਂ ਕਿਸਾਨਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੇ ਉਹ ਇਹਨਾਂ ਸਰਕਾਰਾਂ ਨੇ ਉਹਨਾਂ ਦਾ ਹੱਲ ਨਹੀਂ ਕੀਤਾ। ਇਹਨਾਂ ਦਾ ਹੱਲ ਜਿਹੜਾ ਹੈਗਾ ਜੇ ਕੋਈ ਹੋ ਸਕਦਾ ਹੈ ਤਾਂ ਉਹਦੇ ਵਿੱਚ ਆਮ ਆਦਮੀ ਦਾ ਰੋਲ ਜਿਹੜਾ ਹੈਗਾ ਬਹੁਤ ਵੱਡਾ ਹੋ ਸਕਦਾ ਹੈ। ਜੇ ਸਰਕਾਰ ਪੰਜਾਬ ਦੇ ਵਿੱਚ ਬਣਦੀ ਆਮ ਆਦਮੀ ਪਾਰਟੀ ਦੀ ਤਾਂ ਇਹ ਕਿਸਾਨੀ ਦਾ ਹੱਲ ਅਸੀਂ ਕਰਕੇ ਦੇਵਾਂਗੇ। ਤੁਸੀਂ ਬੁਨਿਆਦੀ ਸਮੱਸਿਆਵਾਂ ਦੀ ਗੱਲ ਕੀਤੀ ਜੀ, ਅਗਰ ਕਾਨੂੰਨ ਰੱਦ ਵੀ ਹੋ ਜਾਂਦੇ ਆ ਤੇ ਕੀ ਬੁਨਿਆਦੀ ਸਮੱਸਿਆਵਾਂ ਹੱਲ ਹੋ ਜਾਣਗੀਆਂ? ਮੈਂ ਇਹੀ ਗੱਲ ਕਹਿਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਸਾਨੂੰ ਇਸ ਵੇਲੇ ਸਾਡੇ ਸਾਰਿਆਂ ਦੇ ਸਾਹਮਣੇ ਇੱਕ ਬੁਨਿਆਦੀ ਸਵਾਲ ਇਹੀ ਹੈ ਕਿ ਮੰਨ ਲਓ ਇਹ ਕਾਨੂੰਨ ਵਾਪਸ ਲੈ ਲੈਂਦੀ ਹੈ, ਇਹਦਾ ਇੱਕ ਟੈਂਪਰੇਰੀ ਰਿਲੀਫ ਤੁਹਾਨੂੰ ਮਿਲ ਜੇਗੀ। ਮੈਂ ਮੰਨਦਾ ਕਿ ਇਹ ਜ਼ਰੂਰੀ ਨੇ, ਰੱਦ ਹੋਣੇ ਜ਼ਰੂਰੀ ਨੇ, ਕਿਉਂਕਿ ਜੇ ਰੱਦ ਨਹੀਂ ਹੁੰਦੇ ਤਾਂ ਕਿਸਾਨੀ ਕੋਲ ਜਿਹੜੀ ਮਾੜੀ ਮੋਟੀ ਬਚਦੀ ਜ਼ਮੀਨ ਹੈ ਜਾਂ ਜਿਹੜੇ ਮਾੜੀ ਮੋਟੀ ਉਹ ਰੋਟੀ ਖਾ ਰਿਹਾ ਕਿਸਾਨ ਤਾਂ ਉਹ ਵੀ ਖਤਮ ਹੋਏਗੀ ਜੇ ਰੱਦ ਨਹੀਂ ਹੁੰਦੇ। ਪਰ ਕੀ ਉਹ ਬਕਾਇਦਾ ਤੌਰ ਤੇ ਰਾਜਮੀ ਰੋਟੀ, ਖਾਸ ਤੌਰ ਤੇ ਜਿਹੜਾ ਗਰੀਬ ਕਿਸਾਨ ਔਰ ਜਿਹੜਾ ਮੱਧਲਾ ਕਿਸਾਨ ਹੈ, ਮਿਡਲ ਕਿਸਾਨ ਹੈ, ਕੀ ਉਹ ਜੇ ਇਹ ਕਾਨੂੰਨ ਇਸੇ ਤਰ੍ਹਾਂ ਮਤਲਬ ਰਹਿੰਦੇ ਨੇ ਜਾਂ ਉਹ ਇਦਾਂ ਚੱਲਦਾ ਹੈ ਪਿਛਲਾ ਜੋ ਚੱਲ ਰਿਹਾ ਸੀਗਾ ਤਾਂ ਉਹਦੇ ਵਿੱਚ ਕੀ ਉਹ ਰਾਜਮੀ ਰੋਟੀ ਖਾ ਲੇਗਾ? ਸਵਾਲ ਹੈ ਨਹੀਂ। ਹੁਣ ਇਹ ਵੀ ਕਿਵੇਂ ਹੋਏਗਾ? ਇਹਦੇ ਲਈ ਸਾਡੇ ਕੋਲੇ ਇੱਕ ਮਾਡਲ ਜਿਹੜਾ ਹੈਗਾ ਬਹੁਤ ਵਧੀਆ ਮਾਡਲ ਹੈ। ਉਹ ਹੈ ਕਿ ਤੁਹਾਡੀ ਪਾਰਟੀ ਕੋਲ ਇਹ ਮਾਡਲ ਹੈ ਕਿ ਇੱਕ ਤਾਂ ਹੈਗੇ ਕਿ ਕੋਆਪਰੇਟਿਵ ਖੇਤੀ ਵੱਲ ਜਾਣਾ, ਕਿਉਂਕਿ ਕਿਸਾਨ ਇਸ ਵੇਲੇ ਕੀ ਹੋ ਰਿਹਾ ਕਿ ਕਿਸਾਨ ਦੇ ਉੱਤੇ ਬਹੁਤ ਜ਼ਿਆਦਾ ਕਰਜ਼ਾ ਹੈ। ਔਰ ਤੁਸੀਂ ਦੇਖਿਆ ਹੋਵੇਗਾ ਕਿ ਕੈਪਟਨ ਸਰਕਾਰ ਨੇ ਕਿਹਾ ਸੀਗਾ, ਤੁਸੀਂ ਕੋਆਪਰੇਟਿਵ ਦੀ ਗੱਲ ਕਰਦੇ ਹੋ, ਕੇਂਦਰ ਸਰਕਾਰ ਕਾਰਪੋਰੇਟ ਵੱਲ ਪਾਸੇ ਜਾ ਰਹੀ ਹੈ। ਮੈਂ ਇਹੀ ਕਹਿਣਾ ਚਾਹੁੰਦਾ ਸਾਨੂੰ ਕਾਰਪੋਰੇਟ ਦੀ ਬਜਾਏ ਕੋਆਪਰੇਟਿਵ ਖੇਤੀ ਵੱਲ ਅਸੀਂ ਮੋੜਾਂਗੇ ਔਰ ਉਹਦੇ ਵਿੱਚ ਇਹ ਮਾਡਲ ਹੋਏਗਾ ਕਿ ਇੱਕ ਪਿੰਡ ਦੇ ਕੋਲੇ ਜੇ ਮੰਨ ਲਓ ਇੱਕ ਪਿੰਡ ਦੇ ਕੋਲੇ 100 ਏਕੜ ਜ਼ਮੀਨ ਹੈ, ਮੈਂ ਇੱਕ ਮੰਨ ਲਓ ਦੀ ਗੱਲ ਕਰ ਰਿਹਾ, ਤਾਂ ਉਹਦੇ ਲਈ ਜੇ ਮੰਨ ਲਓ 5 ਟਰੈਕਟਰ ਚਾਹੀਦੇ ਨੇ ਤਾਂ ਕਿਉਂ ਨਾ ਉਹ ਟਰੈਕਟਰ ਸਾਂਝੇ ਤੌਰ ਤੇ ਲੈਣ।
ਸਾਂਝਾ ਜਿਹੜਾ ਹੈਗਾ ਕਾਰਵਾਈ ਹੋਵੇ, ਸਾਂਝੀ ਖੇਤੀ ਹੋਵੇ, ਠੀਕ ਹੈ ਨਾ। ਇੱਕ ਤਾਂ ਮਾਡਲ ਇਹ ਹੈ। ਦੂਸਰਾ ਮਾਡਲ ਹੈ ਕਿ ਸਾਡੇ ਕੋਲੇ ਪੰਜਾਬ ਕਿਉਂਕਿ ਇੱਕ ਖੇਤੀ ਪ੍ਰਧਾਨ ਸੂਬਾ ਹੈ। ਕੇਂਦਰ ਵੀ ਕਹਿ ਰਿਹਾ ਕਿ ਇਹ ਜਿਹੜੇ ਕਾਨੂੰਨ ਹੈ ਸਾਂਝੀ ਖੇਤੀ ਵਾਸਤੇ ਨੇ। ਨਹੀਂ, ਉਹ ਉਹਨਾਂ ਦੀ ਸਾਂਝੀ ਖੇਤੀ ਹੈ ਕਿ ਕੋਆਪਰੇਟਿਵ ਵਾਲੀ, ਕਾਰਪੋਰੇਟ ਵਾਲੀ, ਕਿ ਅਸੀਂ ਕਾਰਪੋਰੇਟ ਨੂੰ ਦੇ ਜ਼ਰੀਏ ਜਾਨੀ ਕਿ ਅਸੀਂ ਠੇਕੇ ਤੇ ਲੈ ਕੇ ਕੁਝ ਲੋਕਾਂ ਨੂੰ ਦਿੱਤੀ ਜਾਵੇ। ਕੰਟਰੋਲ ਉਹਦਾ ਕਾਰਪੋਰੇਟ ਕੋਲੇ ਹੋਏਗਾ, ਪਰ ਉਹ ਜਿਹੜੇ ਕਿਸਾਨ ਹੋਣਗੇ ਇੱਕ ਮਜ਼ਦੂਰ ਦੇ ਤੌਰ ਤੇ ਸਾਂਝੀ ਖੇਤੀ ਕਰਨਗੇ। ਇਹ ਮਾਡਲ ਉਹਨਾਂ ਦਾ ਹੈ। ਮੈਂ ਇਹ ਕਹਿਣਾ ਕਿ ਇਹ ਸਾਡੇ ਜਿਹੜਾ ਮਾਡਲ ਹੋਏਗਾ ਉਹ ਮਾਡਲ ਹੋਏਗਾ ਕਿ ਕਿਸਾਨ ਆਪਣੀ ਜ਼ਮੀਨ ਦਾ ਆਪ ਮਾਲਕ ਹੋਏਗਾ, ਔਰ ਉਹ ਮਾਲਕਾਨਾ ਜਿਹੜਾ ਹੱਕ ਹੁੰਦੇ ਹੋਏ ਉਹ ਆਪਣੀ ਖੇਤੀਬਾੜੀ ਕਰੇਗਾ। ਪਰ ਉਹਦੇ ਵਿੱਚ ਜਿਹੜੇ ਕੋਆਪਰੇਟਿਵ ਗਵਰਨਮੈਂਟ ਦਾ ਰੋਲ ਹੋਏਗਾ ਉਹ ਇਹ ਹੋਏਗਾ ਕਿ ਜਿਹੜਾ ਉਹਨੂੰ ਸੰਦ ਚਾਹੀਦੇ ਨੇ, ਜਿਹੜੀ ਮਸ਼ੀਨਰੀ ਚਾਹੀਦੀ ਹੈ, ਉਹ ਸਾਂਝੀ ਹੋਏਗੀ। ਉਹ ਗਵਰਨਮੈਂਟ ਦੀ ਜ਼ਿੰਮੇਵਾਰੀ ਹੋਏਗੀ। ਤੁਹਾਡਾ ਸਿਸਟਮ ਵੀ ਉੱਥੇ ਹੀ ਆ ਜਾਊਗਾ ਕਿ ਜਿਹੜੇ ਸੰਗਠਨ ਬਣਨਗੇ, ਕੋਆਪਰੇਟਿਵ ਸੰਗਠਨ ਬਣਨਗੇ, ਉਹ ਵੀ ਤਾਂ ਪੂੰਜੀਪਤੀਆਂ ਦੇ ਬਣ ਸਕਦੇ ਆ। ਨਹੀਂ, ਉਹ ਲੋਕਾਂ ਦੇ ਬਣਨਗੇ। ਉਹ ਜਿਵੇਂ ਹੁਣ ਮੈਂ ਕਿਹਾ ਕਿ ਜੇ ਮੰਨ ਲਓ ਸਾਡੇ ਕੋਲ ਇਸ ਵੇਲੇ ਪੰਜਾਬ ਦੇ 86% ਜਿਹੜੇ ਲੋਕ ਨੇ, ਖਾਸ ਤੌਰ ਜਿਹੜੀ ਕਿਸਾਨੀ ਹੈ 86%, ਉਹਦੇ ਵਿੱਚ ਛੋਟੀ ਕਿਸਾਨੀ ਹੈ ਤੇ ਮੱਧ ਵਰਗੀ ਕਿਸਾਨੀ ਹੈ। ਤਾਂ ਇਹਨਾਂ ਦੋਨਾਂ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਜਿਹੜੀਆਂ ਲੋੜਾਂ ਦੇ ਮੁਤਾਬਕ, ਉਹਨਾਂ ਦੀ ਜ਼ਮੀਨ ਦੇ ਹਿੱਸੇ ਦੇ ਮੁਤਾਬਕ ਉਹਨਾਂ ਤੋਂ ਉਹਨਾਂ ਖਰਚਾ ਪਾ ਕੇ ਉਹਨਾਂ ਨੂੰ ਕੋਆਪਰੇਟਿਵ ਇੱਕ ਸਿਸਟਮ ਬਣਾਇਆ ਜਾਏਗਾ। ਸਾਡੇ ਕੋਲ ਇੱਕ ਐਗਜ਼ਾਮਪਲ ਅਮੂਲ ਦੀ ਐਗਜ਼ਾਮਪਲ ਹੈ। ਗੁਜਰਾਤ ਦੇ ਵਿੱਚ ਉਹਨਾਂ ਨੇ ਦੁੱਧ ਨੂੰ ਡਿਵੈਲਪ ਕੀਤਾ ਕੋਆਪਰੇਟਿਵ ਤਰੀਕੇ ਦੇ ਨਾਲ, ਤਾਂ ਉੱਥੇ ਬਹੁਤ ਕਾਮਯਾਬ ਰਿਹਾ। ਤਾਂ ਇਹੀ ਮਾਡਲ ਕਿਉਂ ਨਹੀਂ ਇਹ ਅਸੀਂ ਇਹਦੀ ਚਾਬੀ ਤਾਂ ਸਰਕਾਰ ਦੇ ਹੱਥ 'ਚ ਹੋਊਗੀ ਨਾ। ਨਹੀਂ, ਸਰਕਾਰ, ਮੈਂ ਉਹੀ ਕਹਿਣਾ, ਜੇ ਕੱਲ ਨੂੰ ਸਰਕਾਰ ਬਣਦੀ ਹੈ ਤਾਂ ਸਰਕਾਰ ਦੇ ਹੱਥ 'ਚ ਹੋਏਗੀ। ਸਰਕਾਰ ਦੇ ਹੱਥ 'ਚ ਚਾਬੀ ਹੋਊਗੀ ਤਾਂ ਉਹ ਜਿਹੜੇ ਪਹੁੰਚ ਵਾਲੇ ਬੰਦੇ ਆ ਉਹਨਾਂ ਦੇ ਤਰੱਕੀ ਹੋਊਗੀ ਨਾ। ਇਹਦੇ ਵਿੱਚ ਜਿਹੜਾ ਦੇਖੋ ਸਾਡਾ ਸਰਕਾਰ ਜਿਵੇਂ ਹੁਣ ਦਿੱਲੀ ਦੇ ਵਿੱਚ ਸੀ, ਮੈਂ ਦਿੱਲੀ ਦੀ ਐਗਜ਼ਾਮਪਲ ਦੇਣਾ। ਦਿੱਲੀ ਦੇ ਵਿੱਚ ਕੀ ਸੀਗਾ, ਕਿਸੇ ਵੇਲੇ ਜਿਹੜੀਆਂ ਇਲੈਕਟ੍ਰਿਸਿਟੀ ਸੀਗੀ ਉਹ ਸਾਰੀਆਂ ਵੱਡੀਆਂ ਕੰਪਨੀਆਂ ਦੇ ਅੰਡਰ ਸੀਗੀ, ਪਰ ਜਦੋਂ ਸਰਕਾਰ ਆ ਗਈ ਉਹ ਸਾਰਾ ਆਪਣੇ ਅੰਡਰ ਕੀਤਾ ਉਹਨੇ। ਔਰ ਅੱਜ ਕੀ ਹੋ ਰਿਹਾ ਕਿ 1 ਰੁਪਿਆ ਯੂਨਿਟ ਜਿਹੜਾ ਹੈਗਾ ਜਾਂ ਬਿਜਲੀ ਫ੍ਰੀ ਦੇ ਰਹੇ ਨੇ। ਉਹ ਇਸੇ ਕਰਕੇ ਕਿ ਜਿਹੜੀਆਂ ਵੱਡੀਆਂ ਕੰਪਨੀਆਂ ਸੀਗੀਆਂ ਉਹਨਾਂ ਨੂੰ ਬਾਹਰ ਕੱਢਿਆ ਗਿਆ ਸਿਸਟਮ 'ਚੋਂ, ਔਰ ਉਹਨਾਂ ਨੂੰ ਸਰਕਾਰ ਨੇ ਕੰਟਰੋਲ ਕੀਤਾ। ਔਰ ਸਰਕਾਰ ਦੇ ਕੰਟਰੋਲ ਕਾਰਨ ਕੀ ਹੋ ਗਿਆ ਕਿ ਬਿਜਲੀ ਦਾ ਰੇਟ ਜਿਹੜਾ ਸੀਗਾ ਉਹ ਆਪ ਨਿਰਧਾਰਿਤ ਹੁੰਦਾ। ਅੱਜ 1 ਰੁਪਿਆ ਯੂਨਿਟ ਦਿੱਲੀ ਦੇ ਵਿੱਚ ਸਸਤੀ, ਆਪਾਂ ਨੂੰ ਪਤਾ ਹੈ ਕਿ ਸਸਤੀ ਬਿਜਲੀ ਮਿਲ ਰਹੀ ਹੈ। ਤਾਂ ਉਸ ਕਿਸਮ ਦਾ ਮਾਡਲ ਜਿਹੜਾ ਹੈਗਾ ਖੇਤੀਬਾੜੀ ਦੇ ਵਿੱਚ। ਤੁਸੀਂ ਇਹ ਦਾਅਵਾ ਕਰਦੇ ਹੋ ਕਿ ਸਾਡੀ ਪਾਰਟੀ ਇਮਾਨਦਾਰੀ ਦੇ ਨਾਲ ਜਿਹੜੇ ਸੰਗਠਨ ਬਣਾਓ, ਕੋਆਪਰੇਟਿਵ ਸੰਗਠਨ। ਮੰਨ ਲਓ ਤੁਹਾਡੀ ਪਾਰਟੀ ਜਿਹੜੀ ਆ ਉਹ ਸੱਤਾ 'ਚੋਂ ਬਾਹਰ ਹੋ ਜਾਂਦੀ ਹੈ, ਕੋਈ ਹੋਰ ਪਾਰਟੀ ਆਉਂਦੀ ਆ, ਤਾਂ ਉਹ ਸਿਸਟਮ ਜਿਹੜਾ ਆ ਉਹਦਾ ਲਾਹਾ ਲੈ ਕੇ ਉਹ ਆਪਣੇ ਬੰਦਿਆਂ ਨੂੰ ਵਾੜ ਸਕਦੀ ਹੈ ਉਹਦੇ ਵਿੱਚ। ਨਹੀਂ, ਦੇਖੋ ਹੋਰ ਪਾਰਟੀ ਮੰਨ ਲਓ, ਹੁਣ ਮੈਂ ਇਹੀ ਗੱਲ ਕਹਿ ਰਿਹਾ ਨਾ ਕਿ ਕਾਰਪੋਰੇਟ ਜਾਂ ਕੋਆਪਰੇਟਿਵ ਉਹਨਾਂ ਦਾ ਮਾਡਲ ਹੋਰ ਹੈ। ਦੇਖੋ ਜੇ ਹੁਣ ਮੰਨ ਲਓ ਹੁਣ ਤੱਕ 2 ਹੀ ਪਾਰਟੀਆਂ ਰਹੀਆਂ ਨੇ, ਪੰਜਾਬ ਦੀ ਗੱਲ ਕਰੀਏ ਜਾਂ ਹਿੰਦੁਸਤਾਨ ਦੀ ਗੱਲ ਕਰੀਏ ਤਾਂ ਇੱਥੇ ਬੀਜੇਪੀ ਤੇ ਅਕਾਲੀ ਦਲ ਰਹੇ ਨੇ, ਤਾਂ ਉਹ ਨਾਲ ਦੀ ਨਾਲ ਕਾਂਗਰਸ ਰਹੀ ਹੈ। ਇਹਨਾਂ ਨੇ ਕੀ ਕੀਤਾ ਹੈ, ਕਿਉਂਕਿ ਇਹਨਾਂ ਦੇ ਉੱਤੇ ਅਮੀਰ ਕਿਸਾਨੀ ਦਾ ਕੰਟਰੋਲ ਹੈ ਜਾਂ ਵਪਾਰੀਆਂ ਦਾ ਕੰਟਰੋਲ ਹੈ। ਵੱਡੇ ਵਪਾਰੀ ਨੇ, ਉਹ ਸਾਰੇ ਇਸ ਚੀਜ਼ ਨੂੰ ਕੰਟਰੋਲ ਕਰ ਰਹੇ ਨੇ, ਪਾਰਟੀਆਂ ਨੂੰ ਕੰਟਰੋਲ ਕਰ ਰਹੇ ਨੇ। ਹੁਣ ਬਾਦਲ ਸਾਹਿਬ ਕੌਣ ਨੇ? ਵੱਡੇ ਵਪਾਰੀ ਨੇ ਤੇ ਨਾਲ ਵੱਡੇ ਕਿਸਾਨ ਨੇ। ਇਧਰੋਂ ਕੈਪਟਨ ਸਾਹਿਬ ਕੌਣ ਨੇ? ਉਹ ਵੀ ਅਮੀਰ ਆਦਮੀ ਨੇ, ਜਾਗੀਰਦਾਰ ਨੇ। ਸੋ ਇਹਨਾਂ ਦਾ ਕੰਟਰੋਲ ਹੈ ਸਾਰਾ ਇਹਨਾਂ ਪਾਰਟੀਆਂ ਦੇ। ਵਿਸਥਾਰ 'ਚ ਥੋੜਾ ਜਿਹਾ ਦੱਸੋ ਤਾਂ ਕਿ ਕਲੀਅਰ ਹੋ। ਇਹ ਦੱਸਣਾ ਚਾਹਣਾ ਕਿ ਇਹਨਾਂ ਪਾਰਟੀਆਂ ਦੇ ਵਿੱਚ ਤੇ ਆਮ ਆਦਮੀ ਪਾਰਟੀ 'ਚ ਕੀ ਬੁਨਿਆਦੀ ਫਰਕ ਹੈ। ਇਹਨਾਂ ਦੇ ਵਿੱਚ ਪਾਰਟੀਆਂ 'ਚ ਫਰਕ ਨਹੀਂ, ਇਹ ਜਿਹੜਾ ਕੋਆਪਰੇਟਿਵ ਜਿਹੜਾ ਤੁਸੀਂ ਢਾਂਚਾ ਬਣਾਉਣਾ ਆ ਖੇਤੀਬਾੜੀ, ਸਾਂਝੀ ਖੇਤੀ ਦਾ, ਇਹ ਵਿਸਥਾਰ 'ਚ ਦੱਸੋ ਥੋੜਾ ਜਿਹਾ। ਇਹਦੇ ਵਿਸਥਾਰ 'ਚ ਇਹੀ ਹੈ ਕਿ ਇਹਦੇ ਵਿੱਚ ਜਿਹੜੇ ਛੋਟਾ ਕਿਸਾਨ ਔਰ ਜਿਹੜਾ ਮੱਧ ਵਰਗੀ ਕਿਸਾਨ ਹੈ, ਜਿਹਨੂੰ ਅਸੀਂ ਮਿਡਲ ਵਰਗ ਦਾ ਕਿਸਾਨ ਕਹਿੰਦੇ ਆ, ਜਿਹਦੇ ਵਿੱਚ ਅਸੀਂ 5 ਏਕੜ ਔਰ 10 ਏਕੜ ਤੋਂ ਥੱਲੇ ਵਾਲੇ ਔਰ 1.5 ਏਕੜ ਵਾਲੇ, 2 ਏਕੜ ਵਾਲੇ, ਬਹੁਤ ਛੋਟੇ ਜਿਹੜੇ ਜਿਹੜੇ ਨੇ, ਉਹ ਲਗਭਗ 86% ਉਹਨਾਂ ਦੀ ਗਿਣਤੀ ਹੈ ਇਸ ਵੇਲੇ ਪੰਜਾਬ ਦੀ। ਕਿਉਂਕਿ ਹੌਲੀ ਜਿਹੜੀਆਂ ਅਸੀਂ ਜ਼ਮੀਨਾਂ ਘਟਦੀਆਂ 1.5 ਏਕੜ 2 ਏਕੜ ਤੇ ਰਹਿ ਗਈਆਂ ਨੇ। ਆਪਾਂ ਸਾਰੇ ਜਾਣਦੇ ਹਾਂ ਕਿ ਜਿਵੇਂ ਆਬਾਦੀ ਵਧੀ ਹੈ, ਜਿਉਂ ਸਮਾਂ ਅੱਗੇ ਚੱਲਿਆ ਤਾਂ ਉਹ ਜ਼ਮੀਨਾਂ ਵੀ ਘਟਦੀਆਂ ਗਈਆਂ ਨੇ। ਸੋ ਉਹਦੇ ਨਾਲ ਕੀ ਹੋ ਗਿਆ ਕਿ ਇਹਨਾਂ ਦੇ ਉੱਤੇ ਕਰਜ਼ਾ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਇਹਨਾਂ ਨੂੰ ਮਸ਼ੀਨਰੀ ਲੈਣੀ ਪਈ, ਇਹਨਾਂ ਨੇ ਜਿਹੜਾ ਹੈ ਕਿ ਖਾਦਾਂ ਪਾਉਣੀਆਂ ਪਈਆਂ, ਹੋਰ ਵਿਆਹਾਂ ਦੇ ਉੱਤੇ ਖਰਚੇ ਲਾਉਣੇ ਪਏ, ਪੜ੍ਹਾਈ ਲਿਖਾਈ ਦੇ ਖਰਚੇ ਹੋ ਗਏ। ਹੌਲੀ ਕਰਜ਼ੇ ਜਿਹੜੇ ਸੀਗੇ ਇਹਨਾਂ ਕਿਸਾਨਾਂ ਦੇ ਉੱਤੇ ਚੜ੍ਹਦੇ ਗਏ। ਔਰ ਇਸ ਵੇਲੇ ਲਗਭਗ 1 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਕਿਸਾਨੀ ਦੇ ਉੱਤੇ ਕਰਜ਼ਾ ਹੈ। ਔਰ ਕੈਪਟਨ ਸਾਹਿਬ ਨੇ ਆਪਣੇ ਬਕਾਇਦਾ ਤੌਰ ਤੇ ਇਹ ਕਿਹਾ ਸੀਗਾ ਕਿ ਮੈਂ ਚਾਹੇ ਉਹ ਆੜਤੀਆਂ ਦਾ ਕਰਜ਼ਾ ਹੋਵੇ, ਚਾਹੇ ਕੋਆਪਰੇਟਿਵ ਬੈਂਕਾਂ ਦਾ ਹੋਵੇ, ਚਾਹੇ ਬਾਕੀ ਬੈਂਕਾਂ ਦਾ ਹੋਵੇ, ਕੋਈ ਵੀ ਕਰਜ਼ਾ ਹੈ, ਉਹਨਾਂ ਨੇ ਕਿਹਾ ਸੀ ਕਿ ਮਾਫ ਕਰਾਂਗਾ। ਮਾਫ ਕੀ ਹੋਇਆ ਕਿ ਸਿਰਫ ਜਿਹੜਾ ਹੈਗਾ 2-4% ਜਿਹੜਾ ਸੀ ਕਰਕੇ ਉਹਨਾਂ ਨੇ 95% ਅੱਜ ਵੀ ਕਰਜ਼ਾ ਜਿਹੜਾ ਹੈਗਾ
ਹੈਗਾ ਇਹ ਛੋਟੀ ਕਿਸਾਨੀ ਔਰ ਮੱਧਲੀ ਕਿਸਾਨੀ ਦੇ ਉੱਤੇ ਅੱਜ ਵੀ ਖੜਾ ਹੈ, ਉਵੇਂ ਹੀ ਚੱਲ ਰਿਹਾ ਕਰਜ਼ਾ ਉਹ। ਸੋ ਇੱਕ ਤਾਂ ਇਹ ਕਰਜ਼ੇ ਦੀ ਸੰਕਟ ਜਿਹੜਾ ਹੈਗਾ ਇਹਦੇ ਚੋਂ ਕਿਸਾਨੀ ਨੂੰ ਬਾਹਰ ਕੱਢਿਆ ਜਾਏਗਾ। ਦੂਸਰਾ ਹੈ ਕਿ ਇਹ ਬਾਹਰ ਕੱਢਣ ਦਾ ਤਰੀਕਾ ਜਿਹੜਾ ਹੈਗਾ ਇਹ ਦੋ ਤਰੀਕੇ ਨਾਲ ਮੈਂ ਦੱਸ ਰਿਹਾ। ਇੱਕ ਤਾਂ ਹੋਏਗਾ ਕਿ ਸਾਰਿਆਂ ਨੂੰ ਜਿਹੜੇ ਮੱਧ ਵਰਗੀ ਔਰ ਛੋਟੇ ਕਿਸਾਨ ਨੂੰ ਇਕੱਠੇ ਕਰਕੇ ਪਿੰਡ ਵਾਈਜ਼ ਜਾਂ ਬਲਾਕ ਵਾਈਜ਼ ਉਹਨਾਂ ਨੂੰ, ਔਰ ਉਹਨਾਂ ਦੀ ਜਿਹੜੀ ਖਰਚਾ ਹੈ, ਇਹ ਜਿਹੜਾ ਮਸ਼ੀਨਰੀ ਦੇ ਉੱਤੇ ਖਰਚਾ ਹੈ, ਰੇਹ ਤੇਲ ਦੇ ਉੱਤੇ ਖਰਚਾ ਹੈ ਜਾਂ ਹੋਰ ਕੋਈ ਖਰਚੇ ਨੇ, ਇਹਨਾਂ ਨੂੰ ਸਾਂਝੇ ਖਰਚੇ, ਅੱਜ ਆਪਾਂ ਨੇ ਦੇਖਿਆ ਹੈ ਕਿ ਸਾਂਝਾ ਸੰਘਰਸ਼ ਲੜਦੇ ਨੇ ਤਾਂ ਕਾਮਯਾਬ ਹੋ ਰਹੇ ਨੇ। ਇਸੇ ਲਈ ਕਾਮਯਾਬ ਹੋਏ ਨੇ ਕਿਉਂਕਿ ਸਾਂਝੇ ਤੌਰ ਤੇ ਲੜ ਰਹੇ ਨੇ, ਇਕੱਠੇ ਲੜ ਰਹੇ ਨੇ। ਇਸੇ ਤਰ੍ਹਾਂ ਜੇ ਉਹ ਪਿੰਡਾਂ ਦੇ ਵਿੱਚ ਇਕੱਠੇ ਹੋਣਗੇ, ਪਿੰਡਾਂ ਦੇ ਵਿੱਚ ਇੱਕ ਆਪਣੀਆਂ ਕਮੇਟੀਆਂ ਬਣਾਉਣਗੇ, ਕਿਸਾਨ ਕਮੇਟੀਆਂ ਬਣਨਗੀਆਂ, ਇੱਕ ਕੋਆਪਰੇਟਿਵ ਸਿਸਟਮ ਡਿਵੈਲਪ ਹੋਏਗਾ। ਉਹਦੇ ਨਾਲ ਕੀ ਹੋਏਗਾ ਕਿ ਉਹਨਾਂ ਦੇ ਖਰਚੇ ਜਿਹੜੇ ਨੇ, ਜੇ ਅੱਜ 1 ਲੱਖ ਰੁਪਈਆ ਮਤਲਬ ਖਰਚਾ ਹੋ ਰਿਹਾ ਕਿਸਾਨ ਦਾ ਛੋਟੇ ਦਾ, ਤਾਂ ਉਹਦੇ ਨਾਲ ਹੋ ਸਕਦਾ 20,000 ਵੀ ਰਹਿ ਜੇ, ਔਰ ਹੋ ਸਕਦਾ 10,000 ਵੀ ਉਹਨਾਂ ਨੂੰ, ਮਤਲਬ 90,000 ਰੁਪਈਆ ਜਿਹੜਾ ਉਹਦਾ ਖਰਚਾ ਜਿਹੜਾ ਘਟੇਗਾ। ਬਾਕੀ ਜਿਹੜੀਆਂ ਮਸ਼ੀਨਰੀ ਉਹ ਖਰੀਦਦਾ ਸੀਗਾ। ਇੱਥੇ ਸਾਂਝੀ ਖੇਤੀ ਦੇ ਵਿੱਚ ਆੜਤੀ ਦਾ ਕੀ ਰੋਲ ਹੋਊਗਾ? ਆੜਤੀ ਦਾ ਰੋਲ ਉਹੀ ਹੋਏਗਾ ਜੋ ਪਹਿਲਾਂ ਹੋਇਆ। ਆੜਤੀ ਦਾ ਇਹਦੇ ਵਿੱਚ ਜੋ ਫਸਲ ਉਹਨੂੰ ਦੇਖੋ ਮਿਲਦੀ ਹੈ, ਇਹਦੇ ਵਿੱਚ ਤੁਹਾਡੇ ਕੋਲ 2 ਪਿੰਡਾਂ ਦੇ ਵਿੱਚ ਐਗਜ਼ਾਮਪਲਾਂ ਨੇ। ਇੱਥੇ ਬਲਦ ਕਲਾਂ ਦੀ ਐਗਜ਼ਾਮਪਲ ਪਿੰਡਾਂ ਦੇ ਵਿੱਚ ਹੈ, ਜਿਹੜੀ ਖਾਸ ਤੌਰ ਤੇ ਜਿਹੜੀ ਦਲਿਤ ਭਰਾਵਾਂ ਨੇ ਇੱਕ ਮਾਡਲ ਕ੍ਰੀਏਟ ਕੀਤਾ ਹੋਇਆ ਹੈ ਕਈ ਪਿੰਡਾਂ ਦੇ ਵਿੱਚ। ਉਹ ਕੀ ਹੈ, ਸਾਂਝੀ ਖੇਤੀ ਕਰਦੇ ਨੇ ਔਰ ਉਹਦੇ ਵਿੱਚ ਖਰਚਾ ਜਿਹੜਾ ਖਰਚਾ ਵੀ ਸਾਂਝਾ ਹੁੰਦਾ ਹੈ, ਉਹਦਾ ਮੁਨਾਫਾ ਵੀ ਸਾਂਝਾ ਹੁੰਦਾ ਹੈ। ਜਦੋਂ ਮੰਡੀ ਦੇ ਵਿੱਚ ਜਾਂਦੇ ਫਸਲ ਹੈ, ਫਸਲ ਆਪੋ ਆਪਣੀ ਵੇਚ ਸਕਦਾ, ਫਸਲ ਨਹੀਂ, ਫਸਲ ਸਾਂਝੀ ਵਿਕੇਗੀ। ਫਸਲ ਮੰਨ ਲਓ 50 ਏਕੜ ਜ਼ਮੀਨ ਦੀ ਜਾਂ 100 ਏਕੜ ਜ਼ਮੀਨ ਦੀ ਜੋ ਫਸਲ ਹੁੰਦੀ ਹੈ ਉਹ ਮੰਡੀ ਦੇ ਵਿੱਚ ਜਾਏਗੀ, ਆੜਤੀ ਉਹਨੂੰ ਖਰੀਦੇਗਾ। ਬਕਾਇਦਾ ਜੋ ਗਵਰਨਮੈਂਟ ਦੇ ਉਹਦੇ ਰੂਲ ਨੇ ਉਹ ਉੱਥੇ ਲਾਗੂ ਹੋਣਗੇ। ਆੜਤੀ ਦੇ ਵੀ ਜੋ ਬਣਦਾ ਮੁਨਾਫਾ ਉਹਨੂੰ ਮਿਲੇਗਾ, ਜਿੰਨੇ ਵੀ % ਗਵਰਨਮੈਂਟ ਉਸ ਵੇਲੇ ਦੇਏਗੀ। ਸੋ ਪਰ ਜਿਹੜਾ ਉਹਦਾ ਮੁਨਾਫਾ ਹੋਏਗਾ, ਜਿਹੜੀ ਉਹਦੀ MSP ਹੈ ਜਾਂ ਪਲੱਸ ਜਿਹੜੇ ਸਵਾਮੀਨਾਥਨ ਰਿਪੋਰਟ ਦੇ ਅਨੁਸਾਰ ਉਹਨੂੰ ਜੋ ਰੇਟ ਮਿਲੇਗਾ, ਤਾਂ ਉਹ ਜਿਹੜਾ ਮੁਨਾਫਾ ਹੈ ਉਹ ਸਾਂਝੇ ਤੌਰ ਤੇ ਹੀ ਸਭ ਦਾ ਜੋ ਜਿੰਨਾ ਉਹਨਾਂ ਦੀ ਜ਼ਮੀਨ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਮਿਲੇਗਾ। ਔਰ ਇਹ ਬਹੁਤ ਅੱਛਾ ਕਾਮਯਾਬ ਤਰੀਕੇ ਦੇ ਨਾਲ ਕਈ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਚੱਲ ਰਿਹਾ ਹੈ। ਇੱਥੇ ਆੜਤੀ ਸਿਸਟਮ ਦੇ ਵਿੱਚ ਜਦੋਂ ਨਿੱਜੀ ਲੋੜਾਂ ਹੁੰਦੀਆਂ, ਕਿਸੇ ਦੀ ਕੁੜੀ ਦਾ ਵਿਆਹ ਆ, ਕਿਸੇ ਦੇ ਮਰਗ ਹੋ ਗਈ, ਭੋਗ ਹੈ, ਉਹ ਨਿੱਜੀ ਤੌਰ ਤੇ ਜਾ ਕੇ ਆੜਤੀ ਤੋਂ ਪੈਸੇ ਲੈਂਦਾ ਸੀ, ਫਿਰ ਤੋਂ ਲੈ ਨਹੀਂ ਪਾਏਗਾ। ਨਹੀਂ, ਇਹਦੇ ਵਿੱਚ ਲੈ ਪਾਏਗਾ। ਇਹਦੇ ਵਿੱਚ ਉਹ ਦੇਖੋ, ਇਸ ਚੀਜ਼ ਨੂੰ ਤੁਸੀਂ ਇਹ ਇਦਾਂ ਸਮਝਣ ਦੀ ਕੋਸ਼ਿਸ਼ ਕਰੋ ਕਿ ਇਹਦੇ ਵਿੱਚ ਕੋਈ ਉੱਦਾਂ ਬੁਨਿਆਦੀ ਚੇਂਜ ਨਹੀਂ ਹੈ। ਇਹਦੇ ਵਿੱਚ ਕੀ ਹੈ ਕਿ ਮੰਨ ਲਓ 1.5 ਕਿੱਲੇ ਵਾਲਾ ਹੈ, ਉਹ ਇੱਕ ਪਹਿਲਾਂ ਸਿੱਧੇ ਤੌਰ ਤੇ ਆੜਤੀ ਇਹਨੂੰ ਦੇ ਰਿਹਾ ਹੈ। ਹੁਣ ਕੀ ਹੋਏਗਾ ਕਿ ਉਹਦੀ ਜਿਹੜੀ ਫਸਲ ਹੈ, ਉਹਦੀ ਜਿਨਸ ਜਿਹੜੀ ਹੈਗੀ ਆ, ਉਹ ਸਾਂਝੇ ਤੌਰ ਤੇ ਇਕੱਠੀ ਹੋ ਕੇ ਇੱਕ ਜਾਂ 2 ਆੜਤੀਆਂ ਕੋਲੇ, ਜਿੰਨੇ ਵੀ ਆੜਤੀ ਉਹਦੇ ਪਿੰਡਾਂ ਨਾਲ ਸੰਬੰਧਿਤ ਹੋਣਗੇ, ਉਹ ਜਾਏਗਾ। ਔਰ ਹੋਰ ਵੀ ਜਿਹੜੀਆਂ ਤੁਸੀਂ ਉਹਦੀਆਂ ਬੁਨਿਆਦੀ ਲੋੜਾਂ ਨੇ, ਉਹ ਆੜਤੀ ਨੂੰ ਤਾਂ ਜ਼ਮੀਨ ਆਪਣੀ ਜਿਹੜੀ ਫਸਲ ਹੈ ਦੇ ਹੀ ਰਿਹਾ ਨਾ। ਇਹ ਤਾਂ ਨਹੀਂ ਕਿ ਆੜਤੀ ਤੋਂ ਟੁੱਟ ਰਿਹਾ ਹੈ। ਉਹ ਆੜਤੀ ਸਿਸਟਮ ਤਾਂ ਉਦਾਂ ਹੀ ਲਾਗੂ ਹੈ। ਉਹ ਨਿੱਜੀ ਤੌਰ ਤੇ ਵੀ ਜਾ ਕੇ ਉਹਦੇ ਤੋਂ ਬਿਲਕੁਲ ਨਿੱਜੀ ਤੌਰ, ਕਿਉਂਕਿ ਜਦੋਂ ਉਹਨੂੰ ਉਹਦੀ ਫਸਲ ਦੀ ਜ਼ਮੀਨ ਦਾ ਜਿਹੜੀ ਜਿਨਸ ਹੈ ਉਹ ਉਹਦੇ ਕੋਲੇ ਜਾ ਰਹੀ ਹੈ, ਤਾਂ ਇਹਦਾ ਮਤਲਬ ਉਹਨੂੰ ਆੜਤੀ ਨੂੰ ਪਤਾ ਹੈ ਕਿ ਮੇਰੀ ਜਿਹੜੀ ਮੈਂ ਪੈਸੇ ਦੇਵਾਂਗਾ, ਜਿਹੜੀ ਮੈਂ ਇਹਨਾਂ ਨੂੰ ਰਕਮ ਦੇਣੀ ਹੈ, ਉਹ ਮੇਰੀ ਸੇਫ ਹੈ, ਉਹ ਮੈਨੂੰ ਉਹਦੇ ਤੋਂ ਮਿਲਣਾ ਹੈ। ਉਹਦੇ ਤੋਂ ਪੈਸਾ 6 ਮਹੀਨਿਆਂ ਬਾਅਦ ਜਦੋਂ ਵੀ ਫਸਲ ਆਏਗੀ, ਉਹ ਮੇਰੇ ਕੋਲ ਪੈਸਾ ਆਉਣ ਦੀਆਂ ਸੰਭਾਵਨਾਵਾਂ ਹੈਗੀਆਂ ਨੇ, ਤਾਂ ਉਹ ਦੇਗਾ ਪੈਸਾ। ਉਹਨੂੰ ਕੋਈ ਹਰਜ ਨਹੀਂ ਆੜਤੀ ਨੂੰ ਪੈਸਾ ਦੇਣ ਦੇ ਵਿੱਚ। ਸੋ ਇਸ ਕਰਕੇ ਇਹ ਉਹਦੇ ਨਾਲ ਸਿੱਧਾ ਤੌਰ ਤੇ, ਇਹਦਾ ਮਤਲਬ ਇਹ ਨਹੀਂ ਕਿ ਆੜਤੀਆਂ ਵਿੱਚੋਂ ਗਾਇਬ ਹੋ ਜਾਏਗਾ, ਆੜਤੀਆ ਸਿਸਟਮ ਵੀ ਰਹੇਗਾ। ਪਰ ਦੂਸਰੇ ਨਾਲ ਇੱਕ ਹੋਰ ਜਿਹੜਾ ਪੁਆਇੰਟ ਮੈਂ ਹੋਰ ਇੰਪੋਰਟੈਂਟ ਹੈ ਇੱਥੇ ਕਰਨਾ, ਉਹ ਹੈ ਕਿ ਸਾਨੂੰ ਜਿਹੜਾ ਐਗਰੋ ਬੇਸਡ ਜਿਹੜੀ ਹੈਗਾ ਇੰਡਸਟਰੀ ਦਾ, ਪੰਜਾਬ ਦੇ ਵਿੱਚ ਇੱਕ ਐਸਾ ਹੱਬ ਪੈਦਾ ਹੋ ਸਕਦਾ ਹੈ ਜਿਹਦੇ ਵਿੱਚ ਐਗਰੋ ਬੇਸਡ ਸਮਾਲ ਇੰਡਸਟਰੀ ਦੀਆਂ ਬਹੁਤ ਸੰਭਾਵਨਾਵਾਂ ਨੇ। ਇੱਥੋਂ ਦੀ ਜਿਹੜੀ ਇਹ ਦਰਸ਼ਕਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਪੰਜਾਬ ਦਾ ਭੂਗੋਲਿਕ ਖੇਤਾ ਹੈ, ਭੂਗੋਲਿਕ ਏਰੀਆ ਹੈ, ਇਹ ਸਾਡੀ ਜਿਹੜੀ ਭੂਮੀ ਹੈ, ਇਹ ਦੁਨੀਆ ਦੀਆਂ ਬਿਹਤਰੀਨ ਭੂਮੀਆਂ ਚੋਂ ਇੱਕ ਮੰਨੀ ਜਾਂਦੀ ਹੈ। ਆਪਾਂ ਨੂੰ ਯਾਦ ਹੈ ਹੋਏਗਾ ਕਿ ਅਸੀਂ ਬਹੁਤ ਸਾਰੇ ਹਮਲਾਵਰ ਆਉਂਦੇ ਸੀਗੇ ਪੰਜਾਬ ਦੇ ਵਿੱਚ। ਉਹ ਕਿਉਂ ਆਉਂਦੇ ਸੀਗੇ? ਕਿਉਂਕਿ ਇਹ ਖੁਸ਼ਹਾਲ ਸੂਬਾ ਸੀਗਾ। ਖੁਸ਼ਹਾਲ ਇਸ ਲਈ ਸੀਗੇ ਕਿਉਂਕਿ ਇੱਥੇ ਖੇਤੀਬਾੜੀ ਕਮਾਲ ਦੀ ਹੁੰਦੀ ਸੀ, ਕਮਾਲ ਦੇ ਮੌਸਮ ਨੇ, 6 ਮੌਸਮ ਇੱਥੇ ਮੰਨੇ ਜਾਂਦੇ। ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਇੰਨੇ ਮੌਸਮ ਤੁਹਾਨੂੰ ਨਹੀਂ ਮਿਲਦੇ ਜਿੰਨੇ ਇੱਥੇ ਪੰਜਾਬ ਦੇ ਵਿੱਚ। ਔਰ ਇਹ ਜਿਹੜੇ ਮੌਸਮ ਨੇ, ਇਹ ਧਰਤੀ ਦੇ ਲਈ, ਇਹ ਫਸਲਾਂ ਦੇ ਲਈ ਬਹੁਤ ਲਾਹੇਵੰਦ ਨੇ। ਇਸ ਲਈ ਇੱਥੇ ਇੰਨੀਆਂ ਫਸਲਾਂ ਹੁੰਦੀਆਂ ਸੀਗੀਆਂ। ਅੱਜ ਅਸੀਂ ਬਹੁ ਫਸਲੀ ਚੱਕਰ ਦੀ ਗੱਲ ਕਰਦੇ ਹਾਂ। ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਅੱਜ ਤੋਂ 30-40 ਸਾਲ ਪਹਿਲਾਂ ਬਹੁ ਫਸਲੀ ਚੱਕਰ ਹੁੰਦਾ ਸੀਗਾ।
ਮੇਰੇ ਦੇਖਦਿਆਂ ਇੱਥੇ ਕਪਾਹ ਵੀ ਹੁੰਦੀ ਸੀ, ਇੱਥੇ ਮਿਰਚਾਂ ਵੀ ਹੁੰਦੀਆਂ ਸੀਗੀਆਂ, ਇੱਥੇ ਗੰਨਾ ਵੀ ਹੁੰਦਾ ਸੀਗਾ, ਇੱਥੇ ਮੱਕੀ ਵੀ ਹੁੰਦੀ ਸੀ, ਹਰ ਚੀਜ਼ ਇੱਥੇ ਹੁੰਦੀ ਸੀ ਆਲਰੇਡੀ। ਜਿਹੜੀ ਅੱਜ ਸਰਕਾਰ ਗੱਲ ਕਰੀ ਆ ਕਿ ਤੁਸੀਂ ਬਹੁ ਫਸਲੀ ਚੱਕਰ ਲੈ ਕੇ ਆਓ, ਇਹ ਮੈਂ ਹੀ ਕਹਿਣਾ ਕਿ ਸਾਡੇ ਕੋਲੇ ਜੇ ਬਹੁ ਫਸਲੀ ਚੱਕਰ ਹੋ ਸਕਦਾ ਹੈ, ਸਾਡੇ ਕੋਲੇ ਫਲ ਪੈਦਾ ਹੋ ਸਕਦੇ ਨੇ, ਸਾਡੇ ਕੋਲ ਬਹੁਤ ਸਾਰੀਆਂ ਫਸਲਾਂ ਪੈਦਾ ਹੋ ਸਕਦੀਆਂ ਨੇ, ਪਰ ਕੀ ਸਮੱਸਿਆ ਕਿੱਥੇ ਆ ਰਹੀ ਸੀਗੀ? ਮਾਰਕੀਟਿੰਗ ਨਹੀਂ ਸੀ ਉਹਨਾਂ ਦੀ। ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਸਾਡਾ ਗੰਨਾ ਇੱਥੇ ਰੋਲਿਆ, ਸਾਡੇ ਟਮਾਟਰ ਇੱਥੇ ਸੜਕਾਂ ਤੇ ਰੋਲੇ, ਸਾਡੇ ਹੋਰ ਬਹੁਤ ਸਾਰੀਆਂ ਤਾਂ ਹੀ ਤੇ ਸਬਜ਼ੀਆਂ। ਫਿਰ ਕੇਂਦਰ ਸਰਕਾਰ ਮੰਡੀ ਦੀ ਉਹ ਗੱਲ ਕਰ ਰਹੀ ਨਾ ਵੀ ਜਿੱਥੇ ਮਰਜ਼ੀ ਵੇਚੋ ਤੁਸੀਂ। ਹਾਂ, ਮੰਡੀ ਦੀ ਉੱਥੇ ਹੁਣ ਮੈਂ ਇਹ ਜਿਵੇਂ ਮੈਂ ਕਿਹਾ ਕਿ ਇਹ ਸਰਕਾਰ ਤਾਂ ਕਹਿ ਰਹੀ ਕਿ ਕਿੱਥੇ ਮਰਜ਼ੀ ਵੇਚੋ, ਮੈਂ ਇਹ ਕਹਿ ਰਿਹਾ ਕਿ ਸਾਡਾ 86% ਤਾਂ ਛੋਟਾ ਕਿਸਾਨ ਹੈ ਜਾਂ ਮੱਧਲਾ ਕਿਸਾਨ ਹੈ। ਹੁਣ ਜਿਹੜਾ 1.5 ਕਿੱਲੇ ਵਾਲਾ ਕਿਸਾਨ ਹੈ, ਜਿਹੜੀ ਮੈਂ ਜਾਂ 5 ਕਿੱਲੇ ਵਾਲਾ ਕਿਸਾਨ ਹੈ, ਜਿਹਦੇ 'ਚ ਬਹੁਤ ਛੋਟੀ ਜਿਹੜੀ ਹੈਗੀ ਆ ਮੰਨ ਲਓ ਫਸਲ ਹੋ ਗਈ, ਜਿਣਸੋ ਦੀ ਹੋ ਗਈ, ਉਹ ਕੇਰਲਾ 'ਚ ਜਾ ਕੇ ਕਿਵੇਂ ਵੇਚੇਗਾ? ਸੰਭਵ ਹੀ ਨਹੀਂ ਹੈ। ਇਹ ਪ੍ਰੈਕਟੀਕਲ ਨਹੀਂ ਹੈ ਨਾ। ਇਹ ਕਹਿਣ ਨੂੰ ਤਾਂ ਗੱਲਾਂ ਕਾਗਜ਼ 'ਚ ਬਹੁਤ ਅੱਛੀਆਂ ਲੱਗਦੀਆਂ ਨੇ, ਪਰ ਹੋਏਗਾ ਕੀ ਕਿ ਵੱਡਾ ਜਿਹੜਾ ਅਮੀਰ ਲੋਕ ਨੇ ਉਹ ਫਸਲਾਂ ਪਹਿਲਾਂ ਇਕੱਠੀਆਂ ਕਰਨਗੇ, ਕਿਸਾਨ ਤੋਂ ਖਰੀਦ ਲੈਣਗੇ, ਉਹੀ ਫਸਲ ਕਿਸਾਨ ਦੀ ਜਿਹੜੀ 1000 ਰੁਪਏ ਅੱਜ ਚੱਕ ਕੇ ਉਹੀ ਫਸਲ 6 ਮਹੀਨਿਆਂ ਨੂੰ ਉਹਨਾਂ ਨੂੰ ਕਰਕੇ ਆਪਣੇ ਸਟੋਰਾਂ ਦੇ ਵਿੱਚ ਬੰਦ, ਉਹੀ ਚੌਗਣੇ ਮਤਲਬ ਕਈ ਗੁਣਾ ਜ਼ਿਆਦਾ, 100 ਗੁਣਾ ਜ਼ਿਆਦਾ ਭਾਗ ਜਿਹੜਾ ਹੈਗਾ ਉਹਦੇ 'ਚ ਵੇਚ ਸਕਦੇ ਆ ਉਹ। ਸੋ ਇੰਨਾ ਰੇਟ ਵੱਧ ਜਾਣਾ ਹੈ। ਡਾਕਟਰ ਸਾਹਿਬ, ਜਿਹੜਾ ਤੁਹਾਡਾ ਸਾਂਝੀ ਖੇਤੀ ਦਾ ਜਿਹੜਾ ਮਾਡਲ ਹੈਗਾ ਜੀ, ਇਹਦੇ ਤੇ ਜਾਣਨ ਲਈ ਮੈਨੂੰ ਲੱਗਦਾ ਵੀ ਬਹੁਤ ਟਾਈਮ ਲੱਗੂਗਾ, ਲੇਕਿਨ ਸਮਾਂ ਸਾਡੇ ਕੋਲ ਘੱਟ ਹੈ। ਜਾਂਦੇ ਜਾਂਦੇ ਜਿਹੜਾ ਕਿਸਾਨ ਅੰਦੋਲਨ ਹੈ, ਇਹਦਾ ਅੰਜਾਮ ਕੀ ਹੋਏਗਾ? ਇਹਦੇ ਬਾਰੇ ਦੱਸੋ। ਇਹਦਾ ਅੰਜਾਮ ਇਹੀ ਹੈ ਕਿ ਇਹ ਸੰਘਰਸ਼ ਵਧੇਗਾ। ਹੋਰ ਲੋਕ ਜਿਹੜੇ ਨੇ ਅੱਜ ਕੁਝ ਸਟੇਟਾਂ ਦੇ ਜਿਹੜੇ ਕਿਸਾਨ ਨੇ ਜਾਂ ਆਮ ਲੋਕ ਨੇ ਉਹ ਇਸ ਸੰਘਰਸ਼ ਨਾਲ ਜੁੜ ਰਹੇ ਨੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹ ਡਿਲੇ ਕਰਦੀ ਹੈ ਜਿਹੜੀ ਹੈਗੀ ਹੈ ਬੀਜੇਪੀ ਸਰਕਾਰ, ਜੇ ਇਹਨੂੰ ਲਟਕਾਉਂਦੀ ਹੈ ਤਾਂ ਲਾਜ਼ਮੀ ਤੌਰ ਤੇ ਬੀਜੇਪੀ ਸਰਕਾਰ ਦਾ ਜਿਹੜਾ ਹੈਗਾ ਨੁਕਸਾਨ ਹੋਏਗਾ। ਸਭ ਤੋਂ ਪਹਿਲਾਂ ਨੁਕਸਾਨ ਹੋਣ ਵਾਲਾ ਹੈ ਹਰਿਆਣੇ ਦੇ ਵਿੱਚ, ਕਿਉਂਕਿ ਹਰਿਆਣੇ ਦੇ ਵਿੱਚ ਜਿਹੜਾ ਹੈਗਾ ਜੇਜੇਪੀ ਦੇ ਬਿਆਨ ਜਿਹੜੇ ਆ ਰਹੇ ਨੇ ਲਗਾਤਾਰ, ਉਹ ਬਹੁਤ ਪ੍ਰੈਸ਼ਰ ਬਣ ਰਿਹਾ ਹੈ। ਜੇ ਹਰਿਆਣੇ ਦੇ ਵਿੱਚ ਸਰਕਾਰ ਟੁੱਟਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੁਸਤਾਨ ਦੀ ਜਿਹੜੀ ਬੀਜੇਪੀ ਸਰਕਾਰ ਹੈ ਇਹਨੂੰ ਵੀ ਬਹੁਤ ਵੱਡਾ ਖਤਰਾ ਪੈਦਾ ਹੋ ਸਕਦਾ ਹੈ। ਸੋ ਉਹਦੇ ਤੋਂ ਬਚਣ ਦੇ ਲਈ ਭਾਜਪਾ ਦੇ ਜਿਹੜੇ ਨੇਤਾ ਹੋਰ ਵੀ ਟੁੱਟ ਸਕਦੇ ਆ। ਵਿੱਚੋਂ ਜਿਹੜੇ ਨੇ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਨੇਤਾ ਜਿਹੜੇ ਨੇ ਉਹਨਾਂ ਦੀਆਂ ਆਵਾਜ਼ਾਂ ਜਿਹੜੀਆਂ ਨੇ ਬਗਾਵਤ ਵਾਲੀਆਂ ਆ ਰਹੀਆਂ ਨੇ, ਔਰ ਉਹ ਇਹ ਕਹਿ ਰਹੇ ਨੇ ਕਿ ਇਹਨਾਂ ਦਾ ਮਸਲਾ ਜਿਹੜਾ ਕਿਸਾਨਾਂ ਦਾ ਜਲਦੀ ਹੱਲ ਹੋਣਾ ਚਾਹੀਦਾ ਹੈ। ਇਹੀ ਸਾਡੇ ਸਾਰਿਆਂ ਦੀ ਇੱਕ ਇੱਛਾ ਵੀ ਹੈ ਔਰ ਅਸੀਂ ਪ੍ਰਮਾਤਮਾ ਅੱਗੇ ਇੱਕ ਦੁਆ ਵੀ ਕਰਦੇ ਹਾਂ। ਅਸੀਂ ਵੀ ਆਪਣੇ ਚੈਨਲ ਵੱਲੋਂ, ਜ਼ਮੀਰ ਟੀਵੀ ਵੱਲੋਂ ਦੁਆ ਕਰਦੇ ਹਾਂ ਕਿ ਕਿਸਾਨਾਂ ਦਾ ਮਸਲਾ ਛੇਤੀ ਹੱਲ ਹੋਵੇ ਤੇ ਤੁਹਾਡਾ ਜਿਹੜਾ ਖੇਤੀ ਵਾਲਾ ਸਾਂਝੀ ਖੇਤੀ ਵਾਲਾ ਜਿਹੜਾ ਮਾਡਲ ਹੈ ਉਹ ਮੈਨੂੰ ਚੰਗਾ ਲੱਗਾ ਔਰ ਮੈਨੂੰ ਲੱਗਦਾ ਕਿ ਦਰਸ਼ਕਾਂ ਨੂੰ ਵੀ ਚੰਗਾ ਲੱਗਾ ਹੋਵੇਗਾ। ਤੇ ਇਹਦੇ ਨਾਲ ਹੀ ਡਾਕਟਰ ਸਾਹਿਬ ਤੁਹਾਡੇ ਤੋਂ ਆਗਿਆ ਲੈਂਦੇ ਹਾਂ। ਫਿਰ ਸਮਾਂ ਮਿਲਿਆ ਤਾਂ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ। ਧੰਨਵਾਦ ਦੋਸਤੋ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਸ ਪ੍ਰੋਗਰਾਮ ਰਾਹੀਂ ਵੱਖ-ਵੱਖ ਮਸਲਿਆਂ ਦੇ ਉੱਤੇ ਗੱਲਬਾਤ ਕਰੀਏ ਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਦੀ ਰਹਿ ਜਾਣੀਏ। ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਲੱਗਾ? ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦੇਣਾ। ਤੁਹਾਡੇ ਸੁਝਾਅ ਸਾਡੇ ਲਈ ਬਹੁਤ ਲਾਭਦਾਇਕ ਹਨ ਤੇ ਸਾਨੂੰ ਉਤਸ਼ਾਹਿਤ ਕਰਦੇ ਹਨ। ਇਸ ਦੇ ਨਾਲ ਹੀ ਕੁਲਵੰਤ ਸਿੰਘ ਗਗੜਪੁਰੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।